ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਜਤਿੰਦਰ ਖਹਿਰਾ। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਸੋ ਖਹਿਰਾ ਸਾਹਿਬ, ਅੱਜ ਕੋਈ ਨਵੀਂ ਤਾਜ਼ੀ ਪੰਜਾਬ ਦੇ ਬਾਰੇ ਕੋਈ ਤੁਹਾਡੇ ਜ਼ਿਹਨ 'ਚ? ਪੰਜਾਬ ਦੇ ਬਾਰੇ ਤਾਂ ਨਹੀਂ, ਨੈਸ਼ਨਲ ਪੋਲਿਟਿਕਸ ਤੋਂ ਸ਼ੁਰੂਆਤ ਮੈਨੂੰ ਲੱਗਦਾ ਅੱਜ ਕਰ ਲੈਣੇ, ਕਿਉਂਕਿ ਹੁਣੇ ਜਦੋਂ ਆਪਾਂ ਬੈਠਣ ਲੱਗੇ ਸੀਗੇ ਤੇ ਇੱਕ ਵੱਡੀ ਸਾਰੀ ਖਬਰ ਆਪਣੇ ਕੋਲ ਸਾਹਮਣੇ ਆਈ ਸੀ। ਆਪਾਂ ਡਿਸਕਸ ਵੀ ਕਰਨੀ ਸ਼ੁਰੂ ਕੀਤੀ ਸੀ ਕਿ ਗੁਲਾਮ ਨਬੀ ਆਜ਼ਾਦ ਸਾਹਿਬ ਅਸਤੀਫਾ ਦੇ ਦਿੱਤਾ। ਔਰ ਤੁਸੀਂ ਦੇਖੋ ਕਿ ਐਡਾ ਵੱਡਾ ਨਾਮ ਹੈ ਸੰਜੀਵ ਜੀ, ਕਾਂਗਰਸ ਦੇ ਨਾਲ ਜੁੜਿਆ ਹੋਇਆ ਨਾਮ, ਓਪੋਜੀਸ਼ਨ ਲੀਡਰ ਵੀ ਰਹੇ ਨੇ, ਲੋਕ ਸਭਾ ਦੇ ਵਿੱਚ ਵੀ ਓਪੋਜ਼ਿਟ ਲੀਡਰ ਰਹੇ ਨੇ, ਓਪੋਜੀਸ਼ਨ ਦੇ ਲੀਡਰ ਰਹੇ ਨੇ, LOP ਰਹੇ ਨੇ ਉਹ। ਔਰ ਜਦੋਂ ਉਹ ਕਾਂਗਰਸ ਨੂੰ ਇਸ ਪੁਆਇੰਟ ਦੇ ਉੱਤੇ ਆ ਕੇ ਛੱਡ ਦੇਣ ਤੇ ਸਵਾਲੀਆ ਨਿਸ਼ਾਨ ਬੜੇ ਖੜੇ ਹੁੰਦੇ ਨੇ, ਕਿਉਂਕਿ ਤੁਹਾਨੂੰ ਪਤਾ 28 ਨੂੰ ਬੈਠਕ ਹੋਣੀ ਹੈ। ਔਰ 28 ਨੂੰ ਬੈਠਕ ਹੋਣ ਦਾ ਮਤਲਬ ਹੈ ਕਿ ਕੁਝ ਪਹਿਲਾਂ ਹੀ ਪਾਰਟੀ ਦੇ ਅੰਦਰ ਕੁਝ ਗਲਤ ਹੋ ਗਿਆ, ਜਾਂ ਫਿਰ ਕੁਝ ਪਾਰਟੀ ਦੇ ਵਿੱਚ ਇਦਾਂ ਦਾ ਚੱਲ ਰਿਹਾ ਕਿ ਇਸ ਵੱਡੇ ਲੀਡਰ ਨੂੰ ਜਾਣਾ ਪਿਆ। ਬਿਲਕੁਲ, ਕਿਉਂਕਿ ਜੋ ਕੁਝ ਹੋਣਾ ਹੁੰਦਾ ਉਹਦਾ ਪਹਿਲਾਂ ਡਿਸੀਜਨ ਹੋ ਜਾਂਦਾ, ਉਸ ਦਿਨ ਤਾਂ ਅਨਾਉਂਸਮੈਂਟਸ ਹੀ ਹੁੰਦੀਆਂ ਨੇ ਨਾ। ਨਹੀਂ, ਹਜੇ ਤੱਕ ਤੇ ਕਿਉਂਕਿ ਦੇਖੋ ਆਪਾਂ ਜਦੋਂ ਕਹਿੰਦੇ ਆ ਕਿ ਬੜੇ ਸਾਰੇ ਲੀਡਰ ਇਦਾਂ ਦੇ ਨੇ ਜਿਹੜੇ ਗਹਿਲੋਤ ਸਾਹਿਬ ਕਹਿ ਰਹੇ ਨੇ, ਕਹਿੰਦੇ ਵੀ ਅਸੀਂ ਐਂਡ ਤੱਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਰਾਹੁਲ ਗਾਂਧੀ ਆ ਉਹੀ ਪ੍ਰਧਾਨ ਰਹਿਣ। ਤੁਸੀਂ ਕਿੱਦਾਂ ਦੇਖਦੇ ਹੋ ਪਹਿਲਾਂ ਤੇ ਇਹ ਪੂਰੇ ਮਸਲੇ? ਦੇਖੋ, ਮਸਲਾ ਤਾਂ ਇਹੀ ਹੈ ਕਿ ਹਮੇਸ਼ਾ ਜਦੋਂ ਦੇ ਰਾਹੁਲ ਗਾਂਧੀ ਸਾਹਮਣੇ ਆਏ ਨੇ, ਸੋਨੀਆ ਗਾਂਧੀ ਜੀ ਨੇ ਉਹਨਾਂ ਨੂੰ ਸਾਰੀ ਕਮਾਨ ਦਿੱਤੀ ਕਿ ਤੁਸੀਂ ਸੰਭਾਲੋ, ਉਦੋਂ ਤੋਂ ਦੇਖਿਆ ਜਾਵੇ ਤਾਂ ਕੋਈ ਵਧੀਆ ਕਾਰਗੁਜ਼ਾਰੀ ਤਾਂ ਨਹੀਂ ਰਹੀ ਕਾਂਗਰਸ ਦੀ ਪੂਰੇ ਭਾਰਤੀ ਪੱਧਰ 'ਤੇ ਵੇਖਿਆ ਜਾਵੇ। ਈਵਨ ਰਾਹੁਲ ਗਾਂਧੀ ਆਪ ਵੀ ਤੁਸੀਂ ਜਾਣਦੇ ਹੋ ਕਿ ਅਮੇਠੀ ਤੋਂ ਵੀ ਹਾਰੇ, ਜੋ ਉਹਨਾਂ ਦਾ ਗੜ੍ਹ ਰਿਹਾ ਸ਼ੁਰੂ ਤੋਂ। ਸੋ ਉਹਨਾਂ ਨੂੰ ਇੱਕ ਚੰਗੇ ਲੀਡਰ ਜਾਂ ਇੱਕ ਕਾਮਯਾਬ ਲੀਡਰ ਦੇ ਤੌਰ 'ਤੇ ਤਾਂ ਨਹੀਂ ਵੇਖਿਆ ਜਾ ਸਕਦਾ। ਹੀ ਇਜ਼ ਅ ਗੁੱਡ ਪਰਸਨ, ਚੰਗੇ ਇਨਸਾਨ ਨੇ, ਵਿਚਾਰ ਵਧੀਆ ਨੇ, ਵਿਚਾਰ ਨਵੇਂ ਨੇ, ਮਾਡਰਨ ਵਿਚਾਰ ਨੇ, ਔਰ ਜਿਸ ਤਰ੍ਹਾਂ ਐਕਸਪ੍ਰੈਸ ਕਰਦੇ ਨੇ ਇੰਟੈਲੀਜੈਂਟ ਨੇ, ਐਸੀ ਗੱਲ ਨਹੀਂ ਹੈ। ਬਾਕੀ ਤੇ ਪਬਲਿਸਿਟੀ ਹੈ ਕਿ ਉਹਨਾਂ ਨੂੰ ਇਹ ਸਾਬਿਤ ਕੀਤਾ ਜਾਂਦਾ ਕਿ ਉਹ ਉਹਨੇ ਕਾਬਿਲ ਨਹੀਂ ਹੈਗੇ। ਇਹ ਤਾਂ ਇੱਕ ਤਰ੍ਹਾਂ ਦਾ ਜੇ ਪਬਲਿਸਿਟੀ ਹੈ ਕਿ ਤੁਸੀਂ ਇੱਕ ਬੰਦੇ ਨੂੰ ਕਹਿ ਰਹੇ ਹੋ ਕਿ ਉਹ ਕਾਬਿਲ ਨੇ, ਬਹੁਤ ਕਾਬਿਲ ਨੇ, ਪਰ ਹਾਲਾਤ ਤੱਕ ਲੈ ਕੇ ਆਉਣ ਦੇ ਵਿੱਚ ਕਿਹਾ ਜਾ ਰਿਹਾ ਕਿ ਰਾਹੁਲ ਗਾਂਧੀ ਤਾਂ ਯੈਸ, ਮੈਂ ਉਹੀ ਕਹਿ ਰਿਹਾ ਨਾ, ਕਾਬਿਲ ਨੇ ਐਜ਼ ਅ ਪਰਸਨ, ਬਟ ਐਜ਼ ਅ ਲੀਡਰ ਮੈਂ ਕਹਿ ਰਿਹਾ ਉਹ ਇੱਕ ਡਿਫਰੈਂਟ ਆਸਪੈਕਟ ਆ ਜਾਂਦਾ। ਮੈਂ ਤੁਹਾਨੂੰ ਕਹਿ ਰਿਹਾ ਕਿ ਐਜ਼ ਅ ਪਰਸਨ ਹੀ ਇਜ਼ ਐਨ ਇੰਟੈਲੀਜੈਂਟ ਪਰਸਨ, ਔਰ ਇੱਕ ਪਬਲਿਸਿਟੀ ਹੈ ਕਿ ਇੱਕ ਕਿਹਾ ਜਾ ਰਿਹਾ ਕਿ ਉਹ ਕਾਬਿਲ ਨਹੀਂ ਉਸ ਲੈਵਲ ਤੱਕ। ਦੂਸਰੀ ਗੱਲ, ਜੋ ਉਹ ਇਹ ਪਬਲਿਸਿਟੀ ਹੈ ਉਹ ਇੱਕ ਵੱਖ ਚੀਜ਼ ਹੈ, ਜਿਵੇਂ ਉਹ ਪੋਲੀਟੀਸ਼ੀਅਨਸ ਕਰਦੇ ਨੇ ਦੂਜੀ ਪਾਰਟੀ ਦੇ ਖਿਲਾਫ, ਉਹ ਇੱਕ ਵੱਖ ਚੀਜ਼ ਆ। ਬਟ ਐਜ਼ ਅ ਲੀਡਰ, ਜਿਸ ਤਰ੍ਹਾਂ ਇਹਨਾਂ ਦੀ ਦਾਦੀ ਮਾਂ ਰਹੇ ਨੇ ਮਿਸਿਸ ਇੰਦਰਾ ਗਾਂਧੀ, ਉਸ ਤਰ੍ਹਾਂ ਦੀ ਲੀਡਰਸ਼ਿਪ, ਉਹ ਕੁਆਲਿਟੀ ਦੇ ਇਹਨਾਂ 'ਚ ਉਹ ਚੀਜ਼ ਸਾਹਮਣੇ ਨਹੀਂ ਆਈ। ਕਿਉਂਕਿ ਲੀਡਰ ਉਹ ਹੁੰਦਾ ਹੈ ਕਿ ਜਿਹਦੀ ਸਾਰੇ ਦੇ ਸਾਰੀ ਪਾਰਟੀ ਦੇ ਲੋਕ ਸਾਖ ਮੰਨਣ, ਉਹਦੀ ਗੱਲ ਮੰਨਣ, ਉਹ ਚੀਜ਼ ਨਹੀਂ ਦੇਖਣ ਨੂੰ ਆਉਂਦੀ। ਕਈ ਵਾਰ ਆਪਾਂ ਦੇਖਦੇ ਕਿ ਕਈ ਮੌਕੇ ਦੇ ਉੱਤੇ ਇਹ ਆਪਣੀ ਪਾਰਟੀ ਨੂੰ ਕ੍ਰਿਟੀਸਾਈਜ਼ ਵੀ ਕਰਦੇ ਨੇ, ਆਪਣੇ ਪਾਰਟੀ ਦੇ ਕਨਸਟੀਟਿਊਸ਼ਨ ਨੂੰ ਵੀ ਕਈ ਵਾਰ ਕ੍ਰਿਟੀਸਾਈਜ਼ ਕਰਦੇ ਹੋਏ ਦੇਖੇ ਜਾਂਦੇ ਨੇ ਕਿ ਉਹਦੇ 'ਚ ਬਦਲਾਅ ਹੋਣਾ ਚਾਹੀਦਾ ਹੈ ਟਾਈਮ ਦੇ ਨਾਲ। ਪਰ ਇਹਦੇ ਲਈ ਮੈਨੂੰ ਲੱਗਦਾ ਬਹੁਤ ਗਟਸ ਚਾਹੀਦੇ ਨੇ। ਰਾਹੁਲ ਗਾਂਧੀ ਇੱਕ ਇੱਦਾਂ ਦਾ ਲੀਡਰ ਹੈ ਜਿਹੜਾ ਗਟਸ ਹੀ ਹੈ, ਕਿਉਂਕਿ ਉਹ ਹੁਣ ਦੇਖੋ ਇਹ ਐਕਸੈਪਟ ਕਰਨਾ ਕਿ ਅਸੀਂ ਕੈਪੇਬਲ ਨਹੀਂ ਹੈਗੇ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਗਟਸ ਨੇ। ਔਰ ਉਹਨਾਂ ਨੇ ਲਾਸਟ ਟਾਈਮ ਵੀ ਕਿਹਾ ਸੀ ਕਿ ਮੈਂ ਨਹੀਂ ਇਸ ਪਾਰਟੀ ਦੀ ਸੀਟ ਦੇ ਉੱਤੇ, ਚੇਅਰਮੈਨ ਦੀ ਸੀਟ ਦੇ ਉੱਤੇ ਬਹਿਣਾ, ਇਹਦੇ ਲਈ ਕੋਈ ਹੋਰ ਡਿਜ਼ਰਵ ਕਰਦਾ ਹੈ। ਹੁਣ ਵੀ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਅਸੀਂ ਨਵਾਂ, ਮਤਲਬ ਆਊਟ ਆਫ ਦਾ ਬਾਕਸ ਜਾ ਕੇ ਸੋਚ ਰਹੇ ਹਾਂ, ਕੋਈ ਗੈਰ ਕਾਂਗਰਸੀ ਅਸੀਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਕਾਂਗਰਸੀ ਨਹੀਂ, ਗੈਰ ਪਰਿਵਾਰ ਤੋਂ, ਮਾਫ ਕਰਨਾ, ਗੈਰ ਜਿਹੜਾ ਟ੍ਰੈਡੀਸ਼ਨਲ ਪਰਿਵਾਰ ਹੈ ਨਾ, ਗੈਰ ਟ੍ਰੈਡੀਸ਼ਨਲ ਪਰਿਵਾਰ, ਗੈਰ ਕਾਂਗਰਸੀ ਕਹਿ ਰਿਹਾ ਮੈਂ, ਗੈਰ ਟ੍ਰੈਡੀਸ਼ਨਲ ਪਰਿਵਾਰ ਜਿਹੜਾ ਉਹਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਹ ਆਪਣੇ ਆਪ ਦੇ ਵਿੱਚ ਬਹੁਤ ਗਟਸੀ ਹੈ। ਹੁਣ ਗੱਲ ਇਹ ਹੈ ਕਿ ਜੇ ਰਾਹੁਲ ਗਾਂਧੀ ਨੂੰ ਹਟਾ ਦਿੱਤਾ ਜਾਵੇ, ਗਾਂਧੀ ਪਰਿਵਾਰ ਨੂੰ ਹਟਾ ਦਿੱਤਾ ਜਾਵੇ, ਤੇ ਆਪਸ ਦੇ ਵਿੱਚ ਬਹਿਸਬਾਜ਼ੀ ਸ਼ੁਰੂ ਹੋ ਜਾਏਗੀ ਕਿ ਮੈਂ ਬਣਨਾ, ਮੈਂ ਉਹੀ ਕਹਿ ਰਿਹਾ ਕਿ ਗੁਲਾਮ ਨਬੀ ਆਜ਼ਾਦ ਹੁਣਾਂ ਦਾ ਜਾਣਾ ਇਸ ਗੱਲ ਦਾ ਸੰਕੇਤ, ਇਹ ਸੰਦੇਸ਼ ਹੈ ਕਿ ਇਹ ਪਾਰਟੀ ਜਿਹੜੀ ਥੋੜੀ ਬਹੁਤੀ ਆਪਾਂ ਕਹਿੰਦੇ ਕਿ ਕੋਈ ਨੈਸ਼ਨਲ ਪਾਰਟੀ ਹੈ। ਔਰ ਬਹੁਤ ਸਾਰੇ ਲੀਡਰ ਇਹ ਕਹਿੰਦੇ ਨੇ ਕਿ ਜੇ BJP ਨੂੰ ਕੋਈ ਟੱਕਰ ਦੇ ਸਕਦੀ ਹੈ ਤੇ ਕਾਂਗਰਸ ਹੀ ਦੇ ਸਕਦੀ ਹੈ, ਕਿਉਂਕਿ ਅਜੇ ਕੋਈ ਹੋਰ ਨੈਸ਼ਨਲ ਪਾਰਟੀ ਉਸ ਮੁਕਾਬਲੇ ਦੇ ਉੱਤੇ ਹੈ ਨਹੀਂ। ਕਿ ਆਪਾਂ ਦੇਖਿਆ ਸੀ ਕਿ ਇਹਨਾਂ ਨੇ ਭਾਰਤ ਜੋੜੋ ਅੰਦੋਲਨ ਵੀ ਸ਼ੁਰੂ ਕੀਤਾ, ਉਹਦਾ ਰੋਡ ਮੈਪ ਵੀ ਸੀਗਾ, ਪਰ ਉਸ ਤੋਂ ਪਹਿਲਾਂ ਇਹ ਸਭ ਕੁਝ ਹੋ ਜਾਣਾ, ਗੁਲਾਮ ਨਬੀ ਆਜ਼ਾਦ ਜਾਂ ਚਲੇ ਜਾਣਾ, ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਉਹ ਸੇਮ ਆਪਾਂ ਜੇ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਨਾ, ਜੋ ਬਾਦਲ ਪਰਿਵਾਰ ਦਾ, ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸੇਮ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ ਸਿਚੁਏਸ਼ਨ ਆ, ਜਿਵੇਂ ਉਹ ਕਿਸੇ ਚੀਜ਼ ਨੂੰ ਐਕਸੈਪਟ ਹੀ ਨਹੀਂ ਕਰਦੇ ਕਿ ਹਮੇਸ਼ਾ ਸੁਖਬੀਰ ਬਾਦਲ ਹੀ ਪ੍ਰਧਾਨ ਹੋਣ, ਕਿਉਂਕਿ ਜੇ ਉਹ ਨਹੀਂ ਹੋਣਗੇ ਤਾਂ ਪਾਰਟੀ ਟੁੱਟ ਸਕਦੀ ਹੈ, ਬਹੁਤ ਸਾਰੇ ਪ੍ਰਧਾਨ ਖੜੇ ਹੋ ਜਾਣਗੇ, ਵੱਖ-ਵੱਖ ਆਪਣੇ ਧੜਿਆਂ ਨੂੰ ਲੈ ਕੇ ਵੱਖ-ਵੱਖ ਹੋ ਜਾਣਗੇ। ਉਵੇਂ ਹੀ ਕਾਂਗਰਸ ਦਾ ਹਾਲ ਹੈ, ਕਿਉਂਕਿ ਇੱਥੇ ਆ ਕੇ ਤੁਸੀਂ ਮਾਰ ਖਾਂਦੇ ਹੋ ਜਦੋਂ ਤੁਸੀਂ ਇੱਕੋ ਹੀ ਫੈਮਿਲੀ ਨੂੰ ਪ੍ਰਮੋਟ ਕਰਦੇ ਹੋ, ਇੱਕੋ ਹੀ ਬੰਦੇ 'ਤੇ ਡਿਪੈਂਡ ਕਰਦੇ ਹੋ, ਤੇ ਕੱਲ੍ਹ ਨੂੰ ਉਹ ਬੰਦਾ ਕਹਿੰਦਾ ਮੈਂ ਨਹੀਂ ਰਹਿਣਾ ਹੈਗਾ, ਫਿਰ ਕੀ ਕਰੋਗੇ? ਫਿਰ ਬਹੁਤ ਸਾਰੇ ਬੰਦੇ ਇਕੱਠੇ ਹੋ ਜਾਂਦੇ ਨੇ। ਇਸ ਕਰਕੇ ਮੰਨਿਆ ਜਾਂਦਾ ਹੈ ਕਿ ਕਿਸੇ ਵਕਤ ਕਾਂਗਰਸ ਦੇ ਅੰਦਰ 10 ਤੋਂ 15 ਲੀਡਰਸ ਹੁੰਦੇ ਸੀਗੇ, ਇੱਕ ਲੀਡਰਸ ਦੀ ਪਾਰਟੀ ਸੀ ਵੀ ਤੁਸੀਂ ਉਹ 10-15 ਚੋਂ ਕਿਸੇ ਨੂੰ ਵੀ ਚੁਣ ਸਕਦੇ ਹੋ। ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਇਦਾਂ ਦਾ ਹੀ ਹੁੰਦਾ ਸੀਗਾ, ਪਰ ਜਿਹੜੀ ਇਹ ਪੋਲਰਾਈਜੇਸ਼ਨ ਹੋ ਜਾਂਦੀ ਹੈ ਕਿ ਇੱਕੋ ਹੀ ਫੈਮਿਲੀ, ਇੱਕੋ ਹੀ ਪਰਿਵਾਰ, ਉਹਦੇ ਵਿੱਚ ਵੀ ਮਿਲਦੇ ਜੁਲਦੇ ਲੋਕ ਆਉਣ, ਉੱਥੇ ਆ ਕੇ ਇਹ ਸਿਚੁਏਸ਼ਨਸ, ਡਿਫਿਕਲਟੀਜ਼ ਇਕੱਠੀਆਂ ਹੋ ਜਾਂਦੀਆਂ ਨੇ ਸਾਰੀ ਪਾਰਟੀ ਵਾਸਤੇ।
ਕਿਉਂਕਿ ਡੈਮੋਕ੍ਰੇਸੀ ਸਿਰਫ ਦੇਸ਼ ਵਿੱਚ ਨਹੀਂ, ਡੈਮੋਕ੍ਰੇਸੀ ਤੁਹਾਡੀ ਪਾਰਟੀ 'ਚ ਵੀ ਚਾਹੀਦੀ ਹੈ, ਈਵਨ ਡੈਮੋਕ੍ਰੇਸੀ ਤੁਹਾਡੇ ਘਰ 'ਚ ਵੀ ਚਾਹੀਦੀ ਹੈ। ਘਰ 'ਚ ਵੀ ਜੇ ਸਿਰਫ ਤੁਹਾਡੀ ਚੱਲਦੀ ਹੈ, ਬਾਕੀ ਲੋਕਾਂ ਦੀ ਨਹੀਂ ਚੱਲਦੀ, ਤਾਂ ਤੁਹਾਨੂੰ ਆਦਤ ਪਈ ਹੁੰਦੀ ਡਿਕਟੇਟਰਸ਼ਿਪ ਦੀ। ਤੁਸੀਂ ਜਾ ਕੇ ਪਾਰਲੀਮੈਂਟ ਦੇ ਵਿੱਚ ਵੀ ਡਿਕਟੇਟਰਸ਼ਿਪ ਹੀ ਝਾੜਦੇ ਹੋ, ਉਹ ਅੱਗੋਂ ਵੀ ਉਹ ਵੀ ਡਿਕਟੇਟਰ ਹੀ ਆਇਆ ਹੁੰਦਾ, ਫਿਰ ਉਹ ਪਾਰਲੀਮੈਂਟ 'ਚ ਮਾਈਕ ਚੱਲਦੇ ਨੇ ਇੱਕ ਦੂਜੇ ਦੇ ਉੱਤੇ। ਚਲੋ ਇਹ ਗੱਲ ਤੇ ਹੋ ਗਈ, ਆਪਾਂ ਨਾਲ ਅੱਗੇ ਵਧਦੇ ਹਾਂ ਕਿਉਂਕਿ ਅੱਗੇ ਵਧਦੇ ਆ, ਬਟ ਯਾ ਸਮਾਂ ਉਹਨਾਂ ਕੀ ਹੈ, ਪਰ ਇੱਕ ਵੱਡੀ ਪਾਰਟੀ ਇਹਨਾਂ ਨੂੰ ਸੋਚ ਸਮਝ ਕੇ ਕੰਮ ਲੈਣਾ ਚਾਹੀਦਾ ਹੈ। ਔਰ ਆਜ਼ਾਦ ਸਾਹਿਬ ਦਾ ਜਾਣਾ, ਆਜ਼ਾਦ ਹੋ ਜਾਣਾ, ਇਹ ਸੰਕੇਤ ਮਿਲਦਾ ਕਿ ਕੁਝ ਨਾ ਕੁਝ ਗੜਬੜ ਹੈਗੀ ਆ। ਸੋ ਅੱਗੇ ਆਪਾਂ ਚੱਲਦੇ ਹਾਂ ਕਿ CM ਜੋ ਸਾਡੇ ਮਾਨ ਸਾਹਿਬ ਨੇ, ਉਹਨਾਂ ਦੇ ਘਰ ਦੇ ਬਾਹਰ ਪਿਛਲੇ 3 ਮਹੀਨਿਆਂ ਤੋਂ ਪੱਕੇ ਧਰਨੇ ਲੱਗੇ ਹੋਏ ਸੀ। ਨਹੀਂ 3 ਮਹੀਨਿਆਂ ਤੋਂ ਨਹੀਂ ਤੁਸੀਂ ਕਹਿ ਸਕਦੇ, ਪਿਛਲੇ ਇਸੇ ਮਹੀਨੇ ਜਿਹੜਾ ਸਟਾਰਟਿੰਗ ਦੇ ਵਿੱਚ ਜਿਹੜਾ ਆ ਅਗਸਤ ਦੇ ਵਿੱਚ ਸ਼ੁਰੂ ਹੋਇਆ ਸੀਗਾ। ਬਿਲਕੁਲ ਹੋਇਆ ਸੀ। ਉਸ ਤੋਂ ਪਹਿਲਾਂ ਥੋੜੀ ਬਹੁਤ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਸਰਗਰਮੀਆਂ ਦੇਖਣ ਨੂੰ ਹਲਚਲ ਵੇਖਣ ਨੂੰ ਮਿਲਦੀ ਸੀ। ਉਹਦੇ ਵਿੱਚ ਬੇਅਦਬੀ ਦੇ ਮਾਮਲੇ ਲਈ ਵੀ ਧਰਨਾ ਸੀ, ਉਹਦੇ ਵਿੱਚ ਪੁਲਿਸ ਭਰਤੀ ਲਈ ਵੀ ਨੌਜਵਾਨ ਮੁੰਡੇ ਕੁੜੀਆਂ ਦਾ ਧਰਨਾ ਸੀ। ਉਹ ਫਿਰ ਪੁਲਿਸ ਪਾਰਟੀ ਨੇ ਜ਼ਬਰਦਸਤੀ ਚੁਕਵਾ ਦਿੱਤਾ, ਉਹਨਾਂ ਦੇ ਬੈਗ ਵੀ ਉੱਥੇ ਰਹਿ ਗਏ, ਮੋਬਾਈਲ ਵੀ ਉੱਥੇ ਰਹਿ ਗਏ, ਬੱਸਾਂ 'ਚ ਭਰ ਕੇ ਫਤਿਹਗੜ੍ਹ ਸਾਹਿਬ ਲੈ ਆਏ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਛੱਡ ਦਿੱਤਾ, ਜੇਬ 'ਚ ਪੈਸੇ ਨਹੀਂ। ਸੋ ਰਾਤ ਨੂੰ ਸੜਕਾਂ ਤੇ ਪਟਕੇ ਨੇ, ਆਹ ਹਾਲਾਤ ਉਹਨਾਂ ਨੇ ਫੇਸ ਕੀਤੇ। ਅੱਛਾ, ਆਪਾਂ ਮਤਲਬ ਜਦੋਂ ਸਰਕਾਰ ਬਦਲਦੀ ਹੈ ਤੇ ਕਹਿੰਦੇ ਜੀ ਦਿਨ ਬਦਲਣਗੇ, ਮਾਨ ਸਾਹਿਬ ਆਪ ਵੀ ਕਹਿੰਦੇ ਸੀ ਕਿ ਕਹਿੰਦੇ ਵੀ ਅਸੀਂ ਇਹਨਾਂ ਨੂੰ ਸਕੂਲ 'ਚ ਹੋਣਾ ਚਾਹੀਦਾ, ਇਹਨਾਂ ਨੂੰ ਟੈਂਕੀਆਂ ਤੇ ਨਹੀਂ ਹੋਣਾ ਚਾਹੀਦਾ। ਬਹੁਤ ਜ਼ਰੂਰੀ ਹੈ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਆਓ, ਚਲੋ ਤੁਸੀਂ ਸਾਰਿਆਂ ਨੂੰ ਤੇ ਕਹਿੰਦੇ ਨਾ ਕਿ ਖੁਸ਼ ਨਹੀਂ ਕਰ ਸਕਦੇ, ਸਾਰਿਆਂ ਨੂੰ ਅਸੀਂ ਸਰਕਾਰੀ ਨੌਕਰੀਆਂ ਨਹੀਂ ਦੇ ਸਕਦੇ, ਪਰ ਜਿਹੜੇ ਉਹ ਕੁਝ 300 ਤੋਂ ਵੱਧ ਥੋੜ੍ਹੇ ਜਿਹੇ ਸੀਗੇ ਜਿਨ੍ਹਾਂ ਦੇ ਨਾ ਸਭ ਕੁਝ ਹੋ ਗਿਆ, ਟੈਸਟ ਵੀ ਹੋ ਗਏ ਉਹਨਾਂ ਦਾ, ਉਹਨਾਂ ਨੂੰ ਕਹਿ ਦਿੱਤਾ, ਉਹਨਾਂ ਨੇ ਟੈਸਟ ਕਲੀਅਰ ਕੀਤਾ ਗਵਰਨਮੈਂਟ ਦਾ ਲੈਕਚਰਰਸ਼ਿਪ ਦੇ ਲਈ, ਉਹਨਾਂ ਦਾ ਭਵਿੱਖ ਵੀ ਜਿਹੜਾ ਆ ਉਹ ਐਵੇਂ ਕਿਤੇ ਕਿਸੇ ਡੂੰਘੇ ਬਸਤੇ ਦੇ ਵਿੱਚ ਪੈ ਗਿਆ, ਹੈ ਨਾ, ਠੰਡੇ ਬਸਤੇ ਦੇ ਵਿੱਚ ਪੈ ਗਿਆ। ਫਿਰ ETT ਟੈਟ ਪਾਸ ਅਧਿਆਪਕ ਜਿਹੜੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ, ਉਹਨਾਂ ਵਿਚਾਰਿਆਂ ਦੇ ਨਾਲ ਵੀ ਇਹੀ ਹੋਇਆ। ਫਿਰ ਹੁਣ ਪੁਲਿਸ ਇੰਸਪੈਕਟਰਾਂ ਦੀਆਂ, ਪੁਲਿਸ ਦੀਆਂ ਭਰਤੀਆਂ ਲਈ ਖੜੇ ਸੀਗੇ, ਉਹਨਾਂ ਦਾ ਨਾਲ ਵੀ ਇਦਾਂ ਦਾ ਹੋ ਗਿਆ। ਚਲੋ ਫਾਈਨਲੀ ਉਹਨਾਂ ਦਾ ਤਾਂ ਸੁਣ ਲਈ, ਕਾਂਸਟੇਬਲ ਦੇ ਜਿਹੜੇ ਕਹਿ ਲਈਏ ਕਿ ਦੇ ਦਿੱਤੀ ਉਹਨਾਂ ਨੂੰ, ਕਾਂਸਟੇਬਲ ਵਾਲਿਆਂ ਨੂੰ ਜਿਹੜੀ ਉਹਨਾਂ ਨੇ ਮੰਗ ਉਹ ਇੱਕ ਨਿਯੁਕਤੀ ਪੱਤਰ ਜਿਹੜੇ ਕੱਲ੍ਹ ਪਰਸੋਂ ਦੇ ਦਿੱਤੇ ਸੀਗੇ। ਔਰ ਬਹੁਤ ਸਾਰੀਆਂ ਫੀਲਡਸ ਹਲੇ ਵੀ ਆਂਗਨਵਾੜੀ ਵਰਕਰ ਉੱਦਾਂ ਹੀ ਰੁਲਦੇ ਰਹੇ ਆ, ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ। ਪਰ ਮੈਂ ਇਹ ਸੋਚਦਾ ਸੀ ਵੀ ਦਿਨ ਕਿੱਦਾਂ ਬਦਲ ਗਏ। ਦਿਨ ਸਿਰਫ ਇੱਦਾਂ ਬਦਲ ਗਏ ਕਿ ਹੁਣ ਇਹਨਾਂ ਦੇ ਲਾਠੀ ਚਾਰਜ ਨਹੀਂ ਹੁੰਦਾ, ਇਹਨਾਂ ਨੂੰ ਜਬਰਨ ਚੱਕ ਕੇ ਚੰਡੀਗੜ੍ਹ ਤੋਂ ਜਿਹੜਾ ਹੈ ਉਹ ਫਤਿਹਗੜ੍ਹ ਸਾਹਿਬ ਲੈ ਆਇਆ। ਗੱਲ ਇਹ ਹੈ ਕਿ ਰਿਜ਼ਲਟ ਤਾਂ ਉਹੀ ਹੋਇਆ ਨਾ, ਲਾਠੀ ਚਾਰਜ ਕੁੱਟ ਵੀ ਪੈ ਜਾਂਦੀ ਹੈ, ਕਈ ਵਾਰ ਪਾਣੀ ਦੇ ਬੁਛਾਰਾਂ ਵੀ ਹੋ ਜਾਂਦੀਆਂ ਨੇ, ਉਹ ਵੀ ਨਾਲ ਐਡੀਸ਼ਨਲ ਪੁਆਇੰਟ ਮਿਲਦਾ, ਬਟ ਰਿਜ਼ਲਟ ਤਾਂ ਉਹੀ ਆ। ਹੁਣ ਇਹਨਾਂ ਦਾ ਭਵਿੱਖ ਤੇ ਅੰਧਕਾਰ 'ਚ ਆ, ਹਨੇਰਾ, ਕੁਝ ਨਹੀਂ ਪਤਾ ਕਿ ਅੱਗੇ ਕੀ ਬਣਨਾ ਕੀ ਨਹੀਂ ਬਣਨਾ ਜੀ। ਔਰ ਜੋ ਉਹਨਾਂ ਦੇ ਮਨਾਂ ਦੇ ਉੱਤੇ ਬੀਤਦੀ ਪਈ ਹੈ, ਤੁਸੀਂ ਆਪ ਸੋਚ ਕੇ ਦੇਖੋ, ਨੌਜਵਾਨ ਲੜਕੇ ਲੜਕੀਆਂ ਹੋਣ ਔਰ ਅੱਗੇ ਪੂਰਾ ਭਵਿੱਖ ਹੋਵੇ, ਤਾਂ ਉਹਨਾਂ ਨਾਲ ਇਹ ਹਾਲਤ ਹੋਵੇ ਤਾਂ ਉਹ ਕਿੱਥੇ ਜਾ ਕੇ ਖੜੀ ਹੈ। ਬੇਅਦਬੀ ਦਾ ਮਾਮਲਾ ਕਾਫੀ ਦੇਰ ਹੋ ਗਈ ਪੈਂਡਿੰਗ ਹੈ, ਰੋਜ਼ ਨਿਤ ਨਵੀਆਂ ਗੱਲਾਂ ਆ ਜਾਂਦੀਆਂ, ਨਿਤ ਨਵੇਂ ਬਿਆਨ ਆ ਜਾਂਦੇ ਨੇ। ਜੇ ਉਹਦੇ ਵਾਸਤੇ ਫੈਸਲਾ ਲੈਣ ਵਾਸਤੇ ਕਿ ਉੱਥੇ ਬੈਠੇ ਨੇ, ਤਾਂ ਬਜਾਏ ਉਹਨਾਂ ਦੀ ਗੱਲ ਸੁਣਨ ਦੇ ਜ਼ਬਰਦਸਤੀ। ਹੁਣ ਜਿਹੜਾ ਇਹ ਪੁਲਿਸ ਨੇ ਐਕਸ਼ਨ ਲਿੱਤਾ, ਇਹ ਬਿਨਾਂ ਆਰਡਰਸ ਤੋਂ ਤਾਂ ਨਹੀਂ ਲਿੱਤਾ ਨਾ। ਹੁਣ ਇਹ ਆਰਡਰਸ ਕਿੰਨਾ ਦੇ ਨੇ? ਇਹ ਸਿਰਫ ਪੁਲਿਸ ਦੇ ਆਰਡਰਸ ਤਾਂ ਨਹੀਂ ਹੋਣਗੇ, ਪੋਲੀਟੀਕਲ ਆਰਡਰਸ ਹੋਣਗੇ, ਪੱਕੀ ਗੱਲ ਹੈ ਵਾਕਈ। ਜੋ ਪੋਲੀਟੀਕਲ ਆਰਡਰਸ ਨੇ, ਫਿਰ ਹੁਣ ਇਹਦਾ ਜਵਾਬ ਦੇਣਾ ਪਏਗਾ, ਜਾਂ ਤੇ ਪ੍ਰੈਸ ਕਾਨਫਰੰਸ ਕਰਕੇ। ਅੱਜ ਕੱਲ੍ਹ ਤੇ ਮਾਨ ਸਾਹਿਬ ਵੀ ਆਪਣੀ ਵੀਡੀਓ ਰਿਲੀਜ਼ ਕਰ ਦਿੰਦੇ ਨੇ ਆਪਣੇ ਜੋ ਆਫਿਸ ਦੇ ਵਿੱਚ ਉਹਨਾਂ ਨੇ ਸਟੂਡੀਓ ਬਣਾਇਆ ਹੋਇਆ, ਠੀਕ ਹੈ ਨਾ। ਪ੍ਰੈਸ ਕਾਨਫਰੰਸ 'ਚ ਆਉਣ ਤੇ ਅੱਗੋਂ ਜਦੋਂ ਤਿੱਖੇ ਸਵਾਲ ਆਉਣਗੇ, ਉਦੋਂ ਜਾ ਕੇ ਮਨਸ਼ਾ ਜ਼ਾਹਿਰ ਹੋਏਗੀ। ਸ਼ਾਇਦ ਇਹ ਤਿੱਖੇ ਸਵਾਲਾਂ ਦੇ ਕਾਰਨ ਹੀ ਕਿ ਤੇਰਾ ਪ੍ਰੈਸ ਕਾਨਫਰੰਸ ਦਾ ਜਿਹੜਾ ਚੱਲਣ ਹੀ ਖਤਮ ਹੋ ਗਿਆ, ਕਿਉਂਕਿ ਲੋਕਤੰਤਰ ਰਿਹਾ ਹੀ ਨਹੀਂ ਹੈਗਾ ਨਾ। ਲੋਕਤੰਤਰ ਦੇ ਵਿੱਚ ਇਹ ਜ਼ਰੂਰੀ ਹੈ ਕਿ ਜਿਵੇਂ ਹੁਣ ਅਸੀਂ ਦੇਖੀਏ ਕਿ ਹਰ ਮਹੀਨੇ ਦੇ, ਚਲੋ ਸਾਰਾ ਦਿਨ ਤੁਹਾਡੇ ਕੋਲੇ ਹੁੰਦੇ, ਮਹੀਨੇ ਦੇ ਅੰਦਰ ਇੱਕ ਪ੍ਰੈਸ ਕਾਨਫਰੰਸ ਜ਼ਰੂਰ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਸੰਜੀਵ ਜੀ ਇੱਦਾਂ ਹੈ, ਜੇ ਇੱਥੇ ਪ੍ਰੈਸ ਕਾਨਫਰੰਸ ਹੁੰਦੀ ਵੀ ਆ ਤਾਂ ਇੱਥੇ ਉਹ ਪਸੰਦੀਦਾ ਚੈਨਲ ਤੇ ਪਸੰਦੀਦਾ ਐਂਕਰ ਬੁਲਾ ਲਏ ਜਾਂਦੇ ਆ, ਜਿਹੜੇ ਸਿਰਫ ਪਸੰਦੀਦਾ ਸਵਾਲ ਪੁੱਛਣਗੇ। ਅਸੀਂ ਨਾ ਕੰਫਰਟੇਬਲ ਜ਼ੋਨ ਦੇ ਵਿੱਚ ਆ ਗਏ, ਈਜ਼ ਜ਼ੋਨ ਦੇ ਵਿੱਚ ਆ ਗਏ ਆ। ਮੈਂ ਜਰਨਲਿਜ਼ਮ ਨੂੰ ਵੀ ਕਹਿਣਾ ਹੁੰਦਾ ਕਿ ਬੜੀ ਕੰਫਰਟੇਬਲ ਜਰਨਲਿਜ਼ਮ ਆ। ਜਰਨਲਿਸਟ ਜਿਹੜਾ ਉਹ ਵਿਗਾੜਨਾ ਨਹੀਂ ਚਾਹੁੰਦਾ, ਕਿਉਂਕਿ ਉਹਨੂੰ ਫਿੰਗਰ ਟਿਪਸ ਦੇ ਉੱਤੇ ਇੱਕ ਫੋਨ ਦੇ ਉੱਤੇ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ CM ਆਫਿਸ ਤੋਂ। ਹੁਣ ਜੇ ਉਹ ਵਿਗਾੜ ਲਊਗਾ ਤਾਂ ਕਿਹੜਾ ਉਹਨੂੰ ਚੰਗੇ ਤਰੀਕੇ ਨਾਲ ਮੂੰਹ ਲਾਊਗਾ। ਇਹ ਈਜ਼ ਜਿਹੜੀ ਹੈ ਨਾ, ਕਿ ਈਜ਼ ਆਫ ਸੋਰਸਿਸ ਜਿਹੜੀ ਹੈ ਨਾ, ਇਹਨੇ ਸਾਨੂੰ ਕੰਫਰਟੇਬਿਲਿਟੀ ਵੱਲ ਲੈ ਆਂਦਾ। ਪਰ ਇਹਦੇ ਨਾਲ ਜਰਨਲਿਜ਼ਮ ਦਾ ਮਿਆਰ ਘੱਟ ਗਿਆ, ਔਰ ਅਸੀਂ ਉਹ ਸਮਾਜ ਦੇ ਲਈ ਜਿਹੜੀ ਸਿਰਜਣਾਤਮਕ ਸੋਚ ਜਾਂ ਘਾਲਣਾ ਘਾਲ ਸਕਦੇ ਸੀ, ਉਹ ਘਾਲਣੀ ਬੰਦ ਹੋ ਗਈ ਹੈ। ਦੂਜੀ ਗੱਲ ਇਹ ਹੈ ਨਾ ਕਿ ਜਿਹੜੇ ਤਿੱਖੇ ਸਵਾਲ ਕਰਦੇ ਨੇ, ਸੱਚਾਈ ਵਾਲੀ ਗੱਲ ਕਰਦੇ ਨੇ, ਜਿਹੜੇ ਅੱਗੋਂ ਸਿੱਧੇ ਹੋ ਕੇ ਖੜੇ ਹੁੰਦੇ ਨੇ, ਉਹਨਾਂ ਦੇ ਪਿੱਛੇ ਪਰਿਵਾਰ ਵੀ ਹੈਗੇ ਨੇ ਨਾ, ਉਹਨਾਂ ਦੇ ਫੈਮਿਲੀ ਮੈਂਬਰਸ ਵੀ ਹੈਗੇ ਨੇ, ਪਰਿਵਾਰ ਮੈਂਬਰ, ਔਰ ਇਸ ਚੀਜ਼ ਦਾ ਡਰ ਵੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਬਹੁਤ ਕੁਝ ਹੋ ਗਿਆ ਉਹਨਾਂ ਦੇ ਨਾਲ, ਜਿਨ੍ਹਾਂ ਨੇ ਸਿੱਧੇ ਸਵਾਲ ਕੀਤੇ, ਤਿੱਖੇ ਸਵਾਲ ਕੀਤੇ, ਸੱਚ ਬੋਲਣ ਦਾ ਜੇਰਾ ਕੀਤਾ, ਜੇਲ੍ਹਾਂ 'ਚ ਵੀ ਪਏ ਨੇ, ਜਾਨ ਤੋਂ ਵੀ ਹੱਥ ਧੋਤੇ, ਔਰ ਵੀ ਬਹੁਤ ਕੁਝ ਹੋਇਆ। ਇਸ ਕਰਕੇ ਇਹ ਵੀ ਡਰ ਲੱਗਦਾ ਕਿ ਕਿਤੇ ਕੁਝ ਹੋ ਨਾ ਜਾਏ। ਇਸ ਕਰਕੇ ਕੰਫਰਟੇਬਲ ਜ਼ੋਨ ਠੀਕ ਆ,
ਤਨਖਾਹ ਮਿਲਦੀ ਪਈ, ਪੈਸੇ ਆਉਂਦੇ ਪਏ ਨੇ, ਬੱਚੇ ਪਾਲਦੇ ਪਏ ਆ, ਫੈਮਿਲੀ ਪਾਲਦੇ ਗੱਲ ਉਹੀ ਆ ਨਾ ਵੀ ਜਦੋਂ ਕਹਿੰਦੇ ਹੁੰਦੇ ਨਾ ਵੀ ਚਿੱਕੜ ਦੇ ਵਿੱਚ ਫਸ ਗਏ ਅਸੀਂ, ਤਾਂ ਫਿਰ ਇੱਕ ਹੋਰ ਵੀ ਅਸੀਂ ਗੱਲ ਸੁਣਾਉਂਦੇ ਹੁੰਦੇ ਹਾਂ, ਆਪਣੇ ਅਕਸਰ ਸੁਣਦੇ ਵੀ ਆ, ਸੁਣਾਉਂਦੇ ਵੀ ਆ, ਵੀ ਅਸੀਂ ਕਹਿੰਦੇ ਆ ਵੀ ਭਗਤ ਸਿੰਘ ਹੋ ਜਾਵੇ ਪਰ ਉਹ ਸਾਡੇ ਨਾ ਹੋਵੇ, ਗੁਆਂਢ ਦੇ ਹੋਵੇ, ਕਿਉਂਕਿ ਅਸੀਂ ਰੈਵੋਲੂਸ਼ਨਰੀ ਹੋ ਸਕਦੇ ਆ, ਅਸੀਂ ਵੀ ਚਾਹੁੰਦੇ ਆ ਕਿ ਸਮਾਜ ਬਦਲੀਏ, ਪਰ ਅਸੀਂ ਨਹੀਂ ਬਦਲਣਾ ਹੈਗਾ, ਕੋਈ ਹੋਰ ਬਦਲ ਦੇਵੇ। ਫਾਂਸੀ ਚੜ੍ਹਨੀ ਪਏਗੀ ਨਾ, ਵਾਕਈ ਸਾਡਾ ਕਿਉਂ ਫਾਂਸੀ ਚੜ੍ਹੇ, ਸਾਡਾ ਪੁੱਤ ਕਿਉਂ ਫਾਂਸੀ ਚੜ੍ਹੇ। ਉਹ ਭਗਤ ਸਿੰਘ ਹੈਗਾ ਫਾਂਸੀ ਚੜ੍ਹਨ ਵਾਸਤੇ, ਐਸ਼ ਕਰਨ ਵਾਸਤੇ ਅਸੀਂ ਆ ਜਾਵਾਂਗੇ, ਕੋਈ ਗੱਲ ਨਹੀਂ, ਉਹ ਪਰਵਾਹ ਨਾ ਕਰੋ, ਅਸੀਂ ਖੜੇ ਹਾਂ ਪਿੱਛੇ ਜੀ। ਸੋ ਉਸੇ ਤਰ੍ਹਾਂ ਹੈ। ਫਿਰ ਜਦੋਂ ਜਰਨਲਿਸਟ ਦੇਖਦਾ ਕਿ ਤਨਖਾਹ ਵੀ ਮੋਟੀ ਮਿਲਦੀ ਪਈ ਹੈ, ਸਲੂਟ ਵੀ ਮਿਲਦੇ ਪਏ ਨੇ, ਔਰ ਵੱਡੇ ਵੱਡੇ ਲੋਕਾਂ ਨਾਲ ਉੱਠਣਾ ਬੈਠਣਾ ਵੀ ਹੈ, ਕਸੂਰ ਉਹਨਾਂ ਦਾ ਨਹੀਂ ਹੈਗਾ, ਕੰਫਰਟੇਬਲ ਜ਼ੋਨ ਹੈ। ਹੁਣ ਦੇਖੋ ਨਾ, ਡਰ ਤੇ ਹਰ ਬੰਦੇ ਨੂੰ ਹੁੰਦਾ ਹੈ, ਹਰੇਕ ਦੀ ਫੈਮਿਲੀ ਆ, ਹਰੇਕ ਦੀ ਆਪਣੀ ਲਾਈਫ ਆ। ਜੇ ਮੈਨੂੰ ਕੁਝ ਹੋ ਗਿਆ, ਜਿਵੇਂ ਪਾਤਰ ਸਾਹਿਬ ਕਹਿੰਦੇ ਨੇ ਨਾ, ਇੰਨਾ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇ, 4 ਕੁ ਬੰਦੇ ਰੱਖ ਲੈ ਮੋਢਾ ਦੇਣ ਦੇ ਲਈ। ਵਾਕਈ ਹੁਣ ਜੇ 4 ਬੰਦੇ ਵੀ ਨਾ ਬਚੇ ਤੇ ਮੈਂ ਸੱਚ ਬੋਲੀ ਜਾਵਾਂ, ਪੱਤਰਕਾਰਤਾ ਦਾ ਕੋਈ ਫਾਇਦਾ ਨਹੀਂ। ਫਿਰ ਜੋ ਤੁਹਾਨੂੰ ਪਤਾ ਲੱਗੇ ਵੀ ਅਖੀਰ ਤੇ ਤੁਸੀਂ ਉਹ ਖੜੇ ਆ ਕਿ ਤੁਹਾਡੇ ਕੋਲੇ ਸ਼ਾਮ ਨੂੰ ਰੋਟੀ ਖਾਣ ਲਈ ਪੈਸੇ ਨਾ ਹੋਣ, ਫੋਨ ਵੀ ਆਏਗਾ, ਭਾਜੀ ਸੁਧਰ ਜਾਓ ਨਹੀਂ ਤੇ ਅਸੀਂ ਫਿਰ ਸੋਧ ਦੇਵਾਂਗੇ। ਫਿਰ ਉਹੀ ਗੱਲ ਹੈ ਨਾ ਕਿ ਫਿਰ ਉਹ ਸੱਚ ਦਾ ਫਾਇਦਾ ਨਹੀਂ। ਉਹ ਕਹਿੰਦਾ ਕਿ ਮੈਂ ਤਾਂ ਆਪਦੀਆਂ ਲੋੜਾਂ ਹੀ ਨਹੀਂ ਪੂਰੀਆਂ ਕਰ ਸਕਦਾ, ਮੈਂ ਸਮਾਜ ਨੂੰ ਕਿੱਥੇ ਸੁਧਾਰ ਕਰਾਂ। ਯੈਸ, ਹੁਣ ਉਹ ਸੁਧਰ ਜਾਓ ਤੇ ਸੋਧ ਦੇਵਾਂਗੇ। ਉਹ ਵੀ ਵਿਚਾਰਾ ਫੋਨ ਤੋਂ ਡਰਦਾ, ਉਹ ਕਹਿੰਦਾ ਠੀਕ ਹੈ ਜੀ, ਮੈਂ ਆਪੇ ਸੁਧਰਿਆ ਹੋਇਆ, ਸੋਧਣ ਦੀ ਲੋੜ ਨਹੀਂ, ਕੰਫਰਟੇਬਲ ਜ਼ੋਨ। ਮੈਂ ਸਗੋਂ ਜ਼ਿੰਦਗੀ ਸੁਧਾਰ ਲੈਣਾ, ਮੇਰੇ ਕੋਲ ਚੰਗੀ ਤਨਖਾਹ ਹੁੰਦੀ ਹੈ, ਮੈਂ ਰੋਜ਼ ਸੋਹਣੇ ਕੱਪੜੇ ਪਾ ਕੇ ਸੱਜ ਧੱਜ ਕੇ ਬਹਿ ਜਾਂਦਾ। ਬੱਚਿਆਂ ਨੂੰ ਬਾਹਰ ਸੈਟਲ ਕਰੋ, ਓਕੇ, ਪੀਆਰ ਲੈ ਲਓ, ਪੀਆਰ ਲੈ ਲਓ, ਚੰਗਾ ਖਾਓ ਅੱਜ ਕੱਲ ਬਹੁਤ ਗੱਡੀਆਂ ਨਵੀਆਂ ਲਵੋ ਜੀ। ਚਲੋ ਇਹ ਠੀਕ ਆ। ਸੈਲੀਬ੍ਰਿਟੀ ਜਰਨਲਿਜ਼ਮ, ਸੰਜੀਵ ਜੀ ਫਿਰ ਅੱਗੇ ਵੱਧ ਗਏ ਆਪਾਂ ਵੀ। ਯੈਸ, ਸੈਲੀਬ੍ਰਿਟੀ ਜਰਨਲਿਜ਼ਮ ਤੋਂ ਆਪਾਂ ਅੱਗੇ ਚੱਲਦੇ ਹਾਂ ਜੀ। ਅੱਗੇ ਆ ਗਿਆ ਕਿ ਜਿਹੜੇ ਸਾਬਕਾ ਮੰਤਰੀ ਨੇ ਆਸ਼ੂ ਜੀ, ਭਾਰਤ ਭੂਸ਼ਣ ਆਸ਼ੂ ਜੀ, ਹਾਂਜੀ, ਔਰ ਹੁਣ ਉਹ ਵਿਜੀਲੈਂਸ ਦੇ ਕੋਲ ਨੇ, ਉਹਨਾਂ ਦੇ ਆਫਿਸ ਦੇ ਵਿੱਚ ਰਹਿਣਾ ਪੈਂਦਾ ਉਹਨਾਂ ਨੂੰ, ਤੇ ਘਰੋਂ ਖਾਣਾ ਆਉਂਦਾ। ਪਰ ਚੰਡੀਗੜ੍ਹ ਤੋਂ ਵੀ ਟੀਮ ਆਈ ਹੋਈ ਹੈ, ਸਵੇਰੇ ਪੁੱਛਣਾ ਸ਼ੁਰੂ ਕਰ ਦਿੰਦੇ ਨੇ, 10-10 ਘੰਟੇ ਦੀ ਪੁੱਛਗਿੱਛ ਹੁੰਦੀ ਆ, ਤੇ ਦੁਪਹਿਰ ਵੇਲੇ ਜਿਹੜਾ ਘਰੋਂ ਖਾਣਾ ਆਉਂਦਾ ਉਹ ਖਾਣਾ ਦਿੱਤਾ ਜਾਂਦਾ, ਜਾਂ ਸਵੇਰ ਵੇਲੇ ਵੀ, ਸ਼ਾਮ ਵੇਲੇ ਵੀ, ਜਦੋਂ ਵੀ ਆਉਂਦਾ। ਔਰ ਉਹ ਇੰਨੇ ਪਰੇਸ਼ਾਨ ਨੇ ਕਿ ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਥੱਲੇ ਜ਼ਮੀਨ ਦੇ ਉੱਤੇ ਕੱਪੜਾ ਵਿਛਾ ਕੇ ਸੌਂਦੇ ਨੇ, ਚਾਦਰ ਵਿਛਾ ਕੇ, ਡਿਮਾਂਡ ਕਰਦੇ ਨੇ ਕਿ ਮੈਨੂੰ ਮੰਜਾ ਦਿੱਤਾ ਜਾਵੇ, ਪਰ ਹਜੇ ਤੱਕ ਤਾਂ ਇਦਾਂ ਦਾ ਕੋਈ ਇੰਤਜ਼ਾਮ ਨਹੀਂ ਹੈ। ਅੱਛਾ, ਪਹਿਲੇ ਦਿਨ ਇਹਨਾਂ ਨੂੰ ਤਖਤ ਪੋਸ਼ ਵੀ ਦਿੱਤਾ ਸੀਗਾ, ਕਹਿੰਦੇ ਤਖਤ ਪੋਸ਼ ਤੇ ਵੀ ਇਹਨਾਂ ਨੂੰ ਨੀਂਦ ਨਹੀਂ ਆਈ। ਓਕੇ, ਫਿਰ ਹੁਣ 4 ਦਿਨਾਂ ਦਾ ਰਿਮਾਂਡ ਆ ਜੀ, ਹੁਣ ਤਾਂ ਨਹੀਂ ਉਹ ਤਖਤ ਪੋਸ਼ ਦੇਣ ਲੱਗੇ, ਹੁਣ ਫਿਰ ਇਹ ਮੰਗਦੇ ਆ ਤਖਤ ਪੋਸ਼। ਬਿਲਕੁਲ ਉਸੇ ਤਰੀਕੇ ਨਾਲ ਵੀ ਪਹਿਲਾਂ ਇਹ ਕਹਿੰਦੇ ਸੀ ਵੀ ਸਾਨੂੰ ਗ੍ਰਿਫਤਾਰ ਕਰ ਲਓ, ਹੁਣ ਗ੍ਰਿਫਤਾਰੀ ਹੋ ਗਈ ਹੈ, ਤੇ ਫਿਰ ਹੁਣ ਉਤੋਂ ਵੀ ਕਹਿੰਦੇ ਤੰਗੀ ਆ। ਬਿਲਕੁਲ ਬਹੁਤ ਵੱਡਾ ਘਟਾਲਾ ਆ। ਅੱਜ ਹੀ ਮੈਂ ਪੜ੍ਹਦਾ ਸੀਗਾ ਵੀ ਜੋ ਕਿ ਇਸ ਘਟਾਲੇ ਦੀਆਂ ਜਿਹੜੀਆਂ ਹੁਣ ਜਿਹੜੇ ਸਾਡੇ ਸਾਬਕਾ ਜਿਹੜੇ ਮਨਪ੍ਰੀਤ ਸਿੰਘ ਬਾਦਲ ਆ, ਜਿਹੜੇ ਫਾਈਨੈਂਸ ਮਿਨਿਸਟਰ ਸੀਗੇ, ਜਿਹੜੇ ਕਹਿੰਦੇ ਸੀ ਤੁਹਾਨੂੰ ਪਤਾ ਹੋਵੇਗਾ ਪੀਪਾ ਖਾਲੀ ਹੈ, ਉਹਨਾਂ ਫਾਈਨੈਂਸ ਮਿਨਿਸਟਰ ਨੂੰ ਵੀ ਹੁਣ ਕਹਿੰਦੇ ਸ਼ੱਕ ਦਾ ਘੇਰੇ 'ਚ ਲਿਆ ਜਾ ਸਕਦਾ, ਤੇ ਵਿਜੀਲੈਂਸ ਉਹਨਾਂ ਤੋਂ ਵੀ ਪੁੱਛਗਿੱਛ ਕਰੂਗੀ। ਮੈਂ ਇਹ ਸੋਚਦਾ ਸੀ ਵੀ ਐਡਾ ਵੱਡਾ ਘਟਾਲਾ, ਜੇ ਅਸੀਂ 2000 ਕਰੋੜ ਰੁਪਏ ਦੇ ਘਟਾਲੇ ਦੀ ਗੱਲ ਕਰਦੇ ਹਾਂ ਸੰਜੀਵ ਜੀ, ਇਹ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ। ਇਹ ਉਹ ਬੰਦੇ ਕਰਨਗੇ ਜਦੋਂ ਤੁਹਾਡੇ ਨਾਲ ਪੂਰਾ ਲਸ਼ਕਰ ਤਾਮ ਜਿਹਨੂੰ ਅਸੀਂ ਕਹਿੰਦੇ ਆ ਨਾ, ਪੂਰਾ ਗੈਂਗ ਹੋਊਗਾ, ਤੇ ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਬਿਲਕੁਲ, ਆ ਦੇਖੋ ਨਾ, ਚਾਂਸਸ ਹੈਗੇ ਨੇ। ਆ ਦੇਖੋ ਨਾਮ ਆਉਂਦੇ ਨੇ, ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ, ਫਿਰ ਉਸ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਤੇ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਆ ਰਿਹਾ, ਤੇ ਨਾਲ 2 ਨਾਂ ਹੋਰ ਸਾਹਮਣੇ ਆਏ ਨੇ, ਮੀਨੂ ਸੰਜੇ ਮਲਹੋਤਰਾ, ਉਹ ਵੀ ਵਿਜੀਲੈਂਸ ਦੇ ਰਡਾਰ ਤੇ ਨੇ। ਇਹ ਤੇ ਇਹਨਾਂ ਦੇ ਸੈਕਟਰੀ ਸੀਗੇ ਨਾ, ਪੀਏ ਸੀਗੇ ਜੀ। ਯੈਸ, ਕਹਿੰਦੇ ਨੇ ਕਿ ਇਹ ਵੀ ਵਿੱਚ ਸ਼ਾਮਿਲ ਸੀਗੇ, ਕਿੱਦਾਂ ਅਰੇਂਜਮੈਂਟਸ। ਪਰ ਦੇਖੋ ਕਿੰਨੀ ਹਾਸੇ ਹੋਣੀ ਗੱਲ ਆ, ਮੀਨੂ ਹੁਣੀ ਹਲੇ ਤੱਕ ਫਰਾਰ ਆ ਜੀ, ਫਰਾਰ ਨੇ। ਔਰ ਠੇਕੇਦਾਰ ਟੇਲੂ ਰਾਮ, ਇੱਕ ਇਹ ਵੀ ਨਾਲ ਮਿਲੇ ਹੋਏ ਨੇ, ਬੇਨਾਮੀ ਜ਼ਮੀਨਾਂ, ਔਰ ਇਹ ਸਭ ਕੁਝ ਹੈ। ਇੱਕ ਨਾ ਮੈਨੂੰ ਫਰੀਦ ਸਾਹਿਬ ਦੀ ਗੱਲ ਆਉਂਦੀ ਹੈ, ਫਰੀਦਾ ਜਿੰਨਾ ਖਾਧੀਆਂ, ਫਰੀਦਾ ਰੋਟੀ ਤੇਰੀ ਕਾਠ ਦੀ ਤੇ ਲਾਵਣ ਤੇਰੀ ਭੁੱਖ, ਜਿੰਨਾ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ। ਉਹਨੇ ਚੋਪੜੀਆਂ ਖਾਧੀਆਂ ਨੇ, ਨਾਲੇ ਚੋਪੜੀਆਂ ਨਾਲੇ 2-2, ਤੇ ਹੁਣ ਮੈਨੂੰ ਲੱਗਦਾ ਨਹੀਂ, ਦੇਖੋ ਇਹ ਮਾਡਰਨ ਜ਼ਮਾਨਾ, ਥੋੜਾ ਜਿਹਾ ਇੰਪਰੋਵਾਈਜ਼ ਕਰ ਲਓ ਇਹਨੂੰ, ਕਰੋ ਫਿਰ ਇਹਨੂੰ ਇਹ ਆ ਕਿ ਹੁਣ ਤੇ ਰੋਟੀ ਜਿਹੜੀ ਆ ਇਹਨਾਂ ਨੂੰ ਬਹੁਤ ਸਖਾਲੀ ਮਿਲਦੀ ਆ, ਘਰੋਂ ਰੋਟੀ ਆਉਂਦੀ ਆ, ਔਰ ਈਡੀ ਵਿਜੀਲੈਂਸ ਇਹਨਾਂ ਦੇ ਲਈ ਕੁਝ ਨਹੀਂ ਹੈਗਾ ਮੈਨੂੰ ਲੱਗਦਾ, ਕਿਉਂਕਿ ਆਲਰੇਡੀ ਸਭ ਕੁਝ ਸੈੱਟ ਹੁੰਦਾ। ਇਹਨਾਂ ਨੂੰ ਪਤਾ ਕਿ ਜੇ ਫੜੇਗੇ ਨਾ, ਸਾਡੇ ਕੋਲੇ ਸੀ ਪਲਾਨ ਜਿਹੜਾ ਹੈ ਉਹ ਰੈਡੀ ਹੋਊਗਾ। ਇਹ 2000 ਕਰੋੜ ਦਾ ਘਟਾਲਾ, ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਐਦਾਂ ਹੀ ਹੋ ਗਿਆ ਹੋਊਗਾ? ਇਹਦੇ ਵਿੱਚ ਬਹੁਤ ਨੁੱਕ ਐਂਡ ਕਾਰਨਰਸ ਆ। ਅੱਛਾ, ਇਨਵੈਸਟੀਗੇਸ਼ਨ ਟੀਮਸ ਇਹ ਵੀ ਕਹਿੰਦੀਆਂ ਵੀ ਜਿਹੜੀ ਢੋਆ-ਢੁਆਈ ਜਿਹੜੇ ਮਾਮਲੇ 'ਚ ਹੋਏ ਆ, ਹਨਾ, ਟਰਾਂਸਪੋਰਟ ਮੰਤਰੀ ਜਿਹੜੇ ਉਹਦਾ ਅਨਾਜ ਦਾ ਹੋਇਆ ਜਿਹੜਾ ਨਾ ਜੀ, ਉਹ ਕਹਿੰਦੇ ਜੀ ਸਕੂਟਰਾਂ ਤੇ ਕਾਰਾਂ ਦੇ ਨੰਬਰ ਆ, ਬਿਲਕੁਲ ਹੈਗੇ ਨੇ, ਹਨਾ, ਤੇ ਉਹ ਫਿਰ ਤੁਸੀਂ ਦੇਖੋ ਕਿ ਇਹ ਸਭ ਕੁਝ ਸਮਝ ਕੇ ਆ ਵੀ ਅਸੀਂ ਸਕੂਟਰਾਂ ਤੇ ਕਾਰਾਂ ਦੇ ਨੰਬਰ ਦੇਵਾਂਗੇ। ਕੱਲ੍ਹ ਨੂੰ ਜਿਹੜੀ ਇਨਕੁਆਇਰੀ ਹੁੰਦੀ ਆ, each and everything is planned, scripted ਆ। ਤੇ ਤੁਸੀਂ ਇਸ ਹਿਸਾਬ ਲਾ ਲਓ ਕਿ ਇਹ ਉਹ ਲੋਕ ਨੇ, ਜਿਵੇਂ ਅਸੀਂ ਉਹ ਦੇਖਦੇ ਨੇ ਹੁੰਦੇ ਵੀ ਦਾ ਗ੍ਰੇਟ ਰੋਬਰੀ ਵਰਗੀਆਂ ਫਿਲਮਾਂ, ਜਿੱਥੇ ਚੋਰ ਜਿਹੜਾ ਆ ਉਹ ਐਂਡ ਤੇ ਸਾਰਾ ਫਸ ਜਾਂਦਾ, ਸਭ ਕੁਝ ਹੋ ਜਾਂਦਾ, ਗੱਡੀਆਂ ਆ ਜਾਂਦੀਆਂ ਪੁਲਿਸ ਵਾਲੀਆਂ,
ਪਰ ਉਹ ਐਸਾ ਟ੍ਰਿਕ ਜਿਹਾ ਕਰਦਾ ਕਿ ਉਹ ਤੋਂ ਬਾਅਦ 'ਚ ਕਾਲੀ ਜੀ ਜੈਕਟ ਪਾ ਕੇ ਨਿਕਲਦਾ, ਲੋਕੀ ਤਾੜੀਆਂ ਮਾਰਦੇ ਰਹਿ ਜਾਂਦੇ ਵੀ ਇਹ ਅੱਜ ਕੱਲ ਇਹ ਹਾਲ ਆ। ਇਹ ਜੀ ਰੱਬ ਦਾ ਰੂਪ ਨੇ, ਸਭ ਕੁਝ ਇਹਨਾਂ ਦੀ ਮਰਜ਼ੀ ਦੇ ਮੁਤਾਬਿਕ ਚੱਲਦਾ ਪਿਆ, ਇਹਨਾਂ ਦੀਆਂ ਉਂਗਲੀਆਂ ਉੱਤੇ ਖੇਡਦੇ ਨੇ ਸਾਰੇ। ਸੋ ਇਹਨਾਂ ਰੱਬ ਦੇ ਰੂਪਾਂ ਨੂੰ ਪ੍ਰਣਾਮ ਕਰਕੇ, ਸਾਦਰ ਪ੍ਰਣਾਮ ਕਰਕੇ ਆਪਾਂ ਅੱਗੇ ਵਧਦੇ ਹਾਂ, ਕਿਉਂਕਿ ਇਹ ਤਾਂ ਹੁਣ ਇਨਵੈਸਟੀਗੇਸ਼ਨਸ ਨੇ। ਹੁਣ ਇਨਵੈਸਟੀਗੇਸ਼ਨਸ ਵੀ ਕਿੰਨੀਆਂ ਪਾਕ ਸਾਫ਼ ਨੇ, ਕਿੰਨੀਆਂ ਸਾਫ਼ ਸੁਥਰੀਆਂ ਨੇ, ਇਹ ਵੀ ਕੁਐਸਚਨ ਮਾਰਕ ਹੈ, ਸਵਾਲੀਆ ਨਿਸ਼ਾਨ। 2000 ਕਰੋੜ ਬਹੁਤ ਜ਼ਿਆਦਾ ਹੁੰਦੇ ਨੇ, ਵੰਡਣੇ ਵੀ ਪੈ ਜਾਣ ਤਾਂ ਕੋਈ ਗੱਲ ਨਹੀਂ। ਜਿਹੜੇ ਇਮਾਨਦਾਰ ਹੋਣਗੇ ਉਹ ਇਮਾਨਦਾਰ ਹੋਣਗੇ ਹੀ, ਪਰ ਜਿਹੜੇ ਇਮਾਨਦਾਰ ਨਹੀਂ ਹੈਗੇ ਉਹ 2000 ਕਰੋੜ ਚੋਂ ਸ਼ੇਅਰ ਲੈ ਸਕਦੇ ਹੋ। ਜਿਵੇਂ ਤੁਸੀਂ ਕਹਿੰਦੇ ਸੀ ਵੀ ਮੈਂ ਅੱਜ ਵੀ ਪਹਿਲਾਂ ਬਲਕਾਰ ਸਾਹਿਬ ਨੂੰ ਵੀ ਕਹਿੰਦਾ ਸੀਗਾ ਵੀ ਇੱਥੇ ਇਮਾਨਦਾਰ ਬੇਈਮਾਨ ਉਹੀ ਆ ਜਿਹਨੂੰ ਮੌਕਾ ਨਹੀਂ ਮਿਲਿਆ, ਮਜਬੂਰੀ 'ਚ ਹੈ। ਚਲੋ ਖੈਰ, 2000 ਕਰੋੜ ਹੈ, ਦੇਖੋ ਕੀ ਇਹਦੇ ਵਿੱਚੋਂ ਨਿਕਲਦਾ ਤੇ ਕੀ ਇਹਦੀ ਇਨਕੁਆਇਰੀ ਦਾ ਸਿੱਟਾ ਨਿਕਲਦਾ ਤਾਂ ਟਾਈਮ ਦੱਸੇਗਾ। ਅੱਗੇ ਚੱਲਦੇ ਹਾਂ ਜੀ। ਬਹੁਤ ਬਜਟ ਰੱਖਿਆ ਪੰਜਾਬ ਸਰਕਾਰ ਨੇ ਸਿਹਤ ਸੁਵਿਧਾਵਾਂ ਦੇਣ ਵਾਸਤੇ, ਤੇ ਇਹ ਮੁਹੱਲਾ ਕਲੀਨਿਕ ਖੋਲੇ ਨੇ, ਉੱਤੇ ਹੁਣ ਡਾਕਟਰ ਵੀ ਨਹੀਂ ਹੈਗੇ, ਦਵਾਈਆਂ ਵੀ ਨਹੀਂ ਹੈਗੀਆਂ। ਜੀ ਸੰਜੀਵ ਜੀ, ਅਨਫੋਰਚੂਨੇਟਲੀ ਨਾ ਜਿੱਦਾਂ ਦਾ ਇਹ 15 ਅਗਸਤ ਤੋਂ ਲਾਂਚ ਹੋਇਆ ਨਾ, 75 ਕਹਿੰਦੇ ਹੋਏ ਆ, ਮੈਂ ਇੱਕ ਦਾ ਵੀ ਰਿਵਿਊ ਨਹੀਂ ਪੜਿਆ। ਮੈਂ ਤਾਂ ਨਹੀਂ, ਸ਼ਾਇਦ ਮੇਰੇ ਕਿਸੇ ਜਿਹੜੀ ਨਿਊਜ਼ਪੇਪਰ ਮੇਰੇ ਘਰੇ ਆਉਂਦਾ ਆ ਉਹਦੇ ਤੇ ਰਿਵਿਊ ਦਿੱਤਾ ਹੀ ਨਹੀਂ ਕਿਸੇ ਨੇ, ਜਾਂ ਫਿਰ ਉਹ ਕਹਿ ਲਓ ਕਿ ਮਾਮਲਾ ਹੀ ਠੱਪ ਠੁੱਪ ਹੋ ਗਿਆ ਹੈ, ਕੁਝ ਪਤਾ ਨਹੀਂ ਹੈਗਾ ਕੀ ਸਕਦਾ। ਦੇਖੋ ਗੱਲ ਤਾਂ ਇਹ ਹੈ ਨਾ ਕਿ ਜਿਹੜੇ ਸਰਕਾਰੀ ਹਸਪਤਾਲ ਹੁਣ ਵੀ ਚੱਲਦੇ ਪਏ ਨੇ, ਉਹਨਾਂ ਦੀ ਵੀ ਹਾਲਤ ਸਾਨੂੰ ਪਤਾ ਹੀ ਹੈ। ਇੱਥੋਂ ਤੱਕ ਵੀ ਸੁਣਨ ਨੂੰ ਮਿਲਦਾ ਕਿ ਉਹ ਦਵਾਈਆਂ ਉੱਥੋਂ ਲਿਜਾ ਕੇ ਕਿਤੇ ਬਾਹਰ ਪ੍ਰਾਈਵੇਟ ਮਾਰਕੀਟ ਦੇ ਵਿੱਚ ਵੇਚ ਦਿੱਤੀਆਂ ਜਾਂਦੀਆਂ ਨੇ, ਔਰ ਇਹਨਾਂ ਨੂੰ ਕਹਿ ਦਿੱਤਾ ਸ਼ਾਮ ਵਾਲੀ ਪ੍ਰੈਕਟਿਸ ਤੇ, ਔਰ ਫਿਰ ਜਿਹੜੇ ਮਰੀਜ਼ ਆਉਂਦੇ ਉਹਨਾਂ ਨੂੰ ਕਹਿੰਦੇ ਨੇ ਕਿ ਦਵਾਈ ਦੀ ਸ਼ਾਰਟੇਜ ਹੈ, ਬਾਹਰੋਂ ਲੈ ਆਓ। ਸੋ ਇਹ ਵੀ ਚੱਲਦਾ, ਅਸੀਂ ਸਾਰੇ ਜਾਣਦੇ ਹਾਂ। ਜਾਣਦੇ ਕਿੱਦਾਂ ਕਿ ਜੋ ਲੋਕ ਉੱਥੋਂ ਦੇ ਆ ਕੇ ਦੱਸਦੇ ਨੇ, ਜੋ ਉੱਥੋਂ ਦੇ ਮਰੀਜ਼ ਆ ਕੇ ਦੱਸਦੇ ਨੇ, ਚੁੱਪ ਨੇ ਸਾਰੇ, ਕਿਉਂਕਿ ਕੌਣ ਕੀ ਕਵੇ। ਸੋ ਦੂਜੀ ਗੱਲ ਇਹ ਹੈ, ਨਾਲ ਮੁਹੱਲਾ ਕਲੀਨਿਕ ਕਨਸੈਪਟ ਬਹੁਤ ਵਧੀਆ, ਲੇਕਿਨ ਕਨਸੈਪਟ ਦੇ ਪਹਿਲਾਂ ਹੀ ਬਹੁਤ ਵਧੀਆ ਸ਼ੁਰੂ ਹੋਏ ਨੇ। ਉਹ ਕਨਸੈਪਟ ਕੋਈ ਵੀ ਡਿਸਪੈਂਸਰੀਆਂ ਪਿੰਡ ਦੇ ਵਿੱਚ ਆ, ਬੀਬੀਆਂ ਡਿਸਪੈਂਸਰੀ ਦੇ ਵਿੱਚ ਲੱਗੀਆਂ ਹੋਈਆਂ ਨੇ, ਸਭ ਕੁਝ ਆ। ਔਰ ਉਹਨਾਂ ਦਾ ਹਾਲ ਦੇਖੋ, ਸਰਕਾਰੀ ਸਕੂਲਾਂ ਦਾ ਤੁਸੀਂ ਹਾਲ ਦੇਖੋ, ਸਭ ਦਾ ਹਾਲ ਦੇਖ ਲਓ, ਕਿਉਂਕਿ ਔਨ ਪੇਪਰ ਬਹੁਤ ਵਧੀਆ, ਬਹੁਤ ਖੂਬਸੂਰਤ ਆ, ਸੜਕਾਂ ਬਣੀਆਂ ਹੋਈਆਂ, ਸਭ ਕੁਝ ਹੈ, ਲੇਕਿਨ ਸੜਕਾਂ ਦਾ ਹਾਲ ਕੀ ਹੈ ਸਾਨੂੰ ਪਤਾ ਜਦੋਂ ਅਸੀਂ ਗੱਡੀਆਂ ਲੈ ਕੇ ਨਿਕਲਦੇ ਹਾਂ ਉੱਥੋਂ, ਟੋਏ ਟਿੱਬੇ। ਅੱਛਾ, ਉਹ ਕਹਾਵਤ ਨਹੀਂ ਵੀ ਕਹਿੰਦੇ ਵੀ, ਆਪਾਂ ਸਵਾਲ ਵਾਲੀ ਗੱਲ ਕਰਦੇ ਹੁੰਦੇ ਸਪੀਚ ਵਾਲੀ, ਵੀ ਸਪੀਚ ਕਹਿੰਦੇ ਜੇ ਇੱਕ ਵਾਰੀ ਕਹਿ ਤਾ ਜਵਾਕ ਨੂੰ ਵੀ ਤੂੰ ਸਪੀਚ ਦੇਣੀ ਆ, ਕਹਿੰਦੇ ਵੀ ਉਹ ਪ੍ਰੈਕਟਿਸ ਕਰਨ ਲੱਗ ਪਿਆ, ਖੱਤਿਆਂ ਦੇ ਵਿੱਚ ਜਾ ਕੇ ਸਪੇਦਿਆਂ ਨੂੰ ਜਾ ਕੇ ਸਪੀਚ ਸੁਣਾਉਣ ਲੱਗ ਪਿਆ, ਤੇ ਜਦੋਂ ਕਹਿੰਦੇ ਵੀ ਉਹ ਸਪੀਚ ਦੇਣ ਦਾ ਦਿਨ ਆਇਆ ਤਾਂ ਫਿਰ ਉਦੋਂ ਡਰ ਗਿਆ ਜਦੋਂ ਬੰਦੇ ਸਾਹਮਣੇ ਵੇਖੇ। ਫਿਰ ਕਹਿੰਦਾ ਉਹਦੇ ਮੂੰਹ ਚੋਂ ਇੱਕ ਗੱਲ ਨਿਕਲੀ ਵੀ ਸਪੇਦੇ ਹੁੰਦੇ ਆ ਤੇ ਲੋਕ ਹੁੰਦੇ ਆ। ਤੇ ਹੁਣ ਗੱਲ ਇਹ ਆ ਨਾ ਕਿ ਕਾਗਜ਼ਾਂ ਦੇ ਵਿੱਚ ਤਾਂ ਬਹੁਤ ਕੁਛ ਹੈ, ਕਾਗਜ਼ਾਂ ਦੇ ਵਿੱਚ ਤਾਂ ਸਾਨੂੰ ਫਸਟ ਕਲਾਸ ਸਿਟੀਜ਼ਨ ਬਣਾ ਰੱਖਿਆ ਹੈ, ਪਰ ਫਿਰ ਜਦੋਂ ਅਸੀਂ ਕਾਗਜ਼ਾਂ ਤੋਂ ਬਾਹਰ ਨਿਕਲ ਕੇ ਆਉਂਦੇ ਉਹ ਕਹਿੰਦੇ ਜੀ ਇਹ ਤਾਂ ਲੋਕ ਹੁੰਦੇ ਆ, ਮਿਨਿਸਟਰ ਹੁੰਦੇ ਆ। ਬਿਲਕੁਲ ਠੀਕ ਹੈ, ਕਿਉਂਕਿ ਕਾਗਜ਼ ਹੁੰਦੇ ਨੇ, ਪ੍ਰੈਕਟੀਕਲ ਲਾਈਫ ਹੁੰਦੀ ਹੈ। ਸੋ ਪ੍ਰੈਕਟੀਕਲ ਲਾਈਫ 'ਚ ਉਹ ਚੀਜ਼ਾਂ ਨਦਾਰਦ ਨੇ, ਕਾਗਜ਼ਾਂ ਦੇ ਵਿੱਚ ਸਭ ਕੁਛ ਆ। ਤੁਸੀਂ ਦੇਖੋ ਜਾ ਕੇ ਹਰ ਥਾਂ ਦੇ ਇਹੀ ਕੁਛ ਹੈ। ਵਾਕਈ ਤਾਂ ਸਰਕਾਰੀ ਡਿਪਾਰਟਮੈਂਟਸ ਜਦੋਂ ਤੱਕ ਗੱਲ ਉੱਥੇ ਆਏਗੀ, ਇਮਾਨਦਾਰੀ ਹੈ ਨਾ, ਕਰਪਸ਼ਨ ਨਾ ਹੋਵੇ, ਇਮਾਨਦਾਰੀ ਜੇ ਮਾਈਨਸ ਹੋ ਗਈ ਫਿਰ ਕੀ ਕਰਾਂਗੇ, ਕਰਪਸ਼ਨ ਜੇ ਹੋਈ ਤਾਂ ਕੀ ਕਰਾਂਗੇ। ਹੁਣ ਜਿੱਥੇ 2000 ਕਰੋੜ ਦੇ ਘਪਲੇ ਹੁੰਦੇ ਨੇ, ਹੁਣ ਉੱਥੇ ਮੁਹੱਲਾ ਕਲੀਨਿਕ ਦਾ ਪੈਸਾ ਤੇ ਉੱਧਰ ਚਲਾ ਗਿਆ, ਦਵਾਈਆਂ ਦਾ ਪੈਸਾ ਤੇ ਉੱਧਰ ਚਲਾ ਗਿਆ, ਜਿਹੜਾ ਡਾਕਟਰ ਨੂੰ ਤਨਖਾਹ ਦੇਣੀ ਸੀ ਉਹ ਪੈਸਾ ਉੱਧਰ ਚਲਾ ਗਿਆ। ਹੁਣ ਇਹਨਾਂ ਨੂੰ ਪੈਸੇ ਕਿੱਥੋਂ ਦੇਣੇ ਨੇ, ਕਿਉਂਕਿ ਹਰ ਕੰਮ ਤੇ ਪੈਸੇ ਨਾਲ ਹੋਣਾ। ਹੁਣ ਪੈਸੇ ਘਪਲੇ ਕਰਕੇ ਮੰਤਰੀ ਸਾਹਿਬ ਆਪਣੇ ਘਰ ਲੈ ਜਾਂਦੇ ਨੇ, ਆਪਣੀਆਂ ਕੋਠੀਆਂ ਜਾਇਦਾਦਾਂ ਬਣਾਉਂਦੇ ਨੇ, ਤਾਂ ਫਿਰ ਆਮ ਲੋਕਾਂ ਦੇ ਪੱਲੇ ਕੀ ਪੈਣਾ। ਇਹ ਤਾਂ ਆਪਾਂ ਦੇਖਣ ਵਾਲੀ ਸੋਚਣ ਵਾਲੀ ਗੱਲ ਹੈ ਨਾ। ਫਿਰ ਉਹ ਠੀਕ ਹੈ, ਘਰੇਲੂ ਨੁਸਖੇ ਠੀਕ ਨੇ, ਦਾਦੀ ਜੀ ਦੇ, ਨਾਨੀ ਜੀ ਦੇ, ਵਾਕਈ ਜਵੈਣ ਖਾਓ ਠੀਕ ਹੈ, ਢਿੱਡ ਦਰਦ ਠੀਕ ਹੋ ਜਾਏਗਾ, ਸਾਬੂਦਾਣੇ ਦੀ ਖਿਚੜੀ ਪਤਾ ਨਹੀਂ ਕੀ ਖਵਾ ਦਿੰਦੀਆਂ ਨੇ ਦਾਦੀਆਂ ਨਾਨੀਆਂ, ਪਰ ਬੰਦਾ ਵੀ ਬਿਲਕੁਲ ਠੀਕ ਹੋ ਜਾਂਦਾ ਵਾਕਈ। ਸੋ ਆਪਾਂ ਅੱਗੇ ਵਧਦੇ ਹਾਂ ਜੀ। ਅਗਲੀ ਗੱਲ ਇਹ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਆਏ ਸੀ PM ਸਾਹਿਬ 5 ਜਨਵਰੀ ਨੂੰ ਇਸੇ ਸਾਲ, ਉਹਦੇ ਵਿੱਚ ਜਿਹੜੀ ਬ੍ਰੀਚ ਹੋਈ ਸੀ, ਕੋਤਾਹੀ ਹੋਈ ਸੀ ਸਿਕਿਉਰਿਟੀ ਦੇ ਵਿੱਚ, ਉਹ ਜਿਹੜੇ ਫਿਰੋਜ਼ਪੁਰ ਦੇ SSP ਨੇ ਉਹਨਾਂ ਨੂੰ ਸਾਰੇ ਦੇ ਸਾਰਾ ਫੋਕਸ ਕਰਕੇ ਸਾਰਾ ਇਲਜ਼ਾਮ ਉਹਨਾਂ 'ਤੇ ਲਾਇਆ ਜਾ ਰਿਹਾ। ਉਹਨੂੰ ਲੈ ਕੇ ਸਿਆਸਤ ਗਰਮ ਹੋ ਗਈ ਹੈ ਕਿ ਬਈ ਉਹਨਾਂ ਕੋਲ ਕਿਹੜੀ ਇੰਨੀ ਪਾਵਰ ਸੀ ਕਿ ਉਹ PM ਦੀ ਜਿਹੜੀ ਉਹ ਆ ਰਹੀ ਸਾਰੇ ਕਾਫਲੇ ਦੀਆਂ ਗੱਡੀਆਂ ਨੇ ਉਹਨੂੰ ਰੋਕ ਲੈਣ। ਇਹਦੇ ਵਿੱਚ ਜ਼ਰੂਰ ਉਸ ਵਕਤ ਦੇ ਜਿਹੜੇ ਚੰਨੀ ਸਾਹਿਬ, ਜਿਹੜੇ ਸਾਡੇ CM ਸੀ, ਤੇ ਹੋਮ ਮਿਨਿਸਟਰ ਸੀ ਰੰਧਾਵਾ ਸਾਹਿਬ, ਉਹਨਾਂ ਦੋਵਾਂ ਦਾ ਕਿਤੇ ਨਾ ਕਿਤੇ ਹੱਥ ਜ਼ਰੂਰ ਹੋਣਾ ਚਾਹੀਦਾ। ਉਹਨਾਂ ਵੱਲੋਂ ਕੋਈ ਨਾ ਕੋਈ ਨਿਰਦੇਸ਼ ਜਾਰੀ ਹੋਏ ਹੋਣਗੇ। ਇਹ ਵਿਰੋਧੀ ਧਿਰ ਕਹਿ ਰਹੇ ਨੇ, ਸੁਖਬੀਰ ਬਾਦਲ ਵੀ ਕਹਿ ਰਹੇ ਨੇ। ਅੱਛਾ, ਮੈਂ ਵੀ ਦੇਖਿਆ ਸੀ ਕੱਲ ਤੇ ਕੁਛ ਹੈਗਾ, ਪਰ ਪਤਾ ਗੱਲ ਕੀ ਆ, ਜਦੋਂ ਮੌਕੇ ਤੇ ਡਿਸੀਜਨ ਲਿਆ ਜਾਂਦਾ ਨਾ ਤੇ ਉੱਥੇ ਮੌਜੂਦਾ SSP ਨੂੰ ਇੰਚਾਰਜ ਬਣਾਇਆ ਜਾਂਦਾ ਵੀ ਬਈ ਤੁਸੀਂ ਬਾਏ ਚਾਂਸ ਹੁੱਕ ਬਾਏ ਕਰੁੱਕ ਜੇ ਕੁਝ ਹੁੰਦਾ ਤਾਂ ਤੁਹਾਡੇ ਕੋਲ ਇੰਨੀ ਪਾਵਰ ਤੁਹਾਡੇ ਅੰਡਰ ਸਾਈਨ ਆ, ਔਰ ਤੁਸੀਂ ਉਸ ਪਾਵਰ ਨੂੰ ਆਪਣੇ ਹਿਸਾਬ ਦੇ ਨਾਲ ਮੋਲਡ ਕਰ ਸਕਦੇ ਹੋ, ਬਦਲ ਸਕਦੇ ਹੋ।
ਇਸ ਕਰਕੇ ਕਿਹਾ ਜਾਂਦਾ ਐਵੇਂ ਕੋਈ ਹਵਾ 'ਚ ਤੀਰ ਲਾਈ ਜਾਓ। ਔਰ ਪੋਲੀਟੀਸ਼ੀਅਨ ਦਾ ਤੇ ਕੰਮ ਹੀ ਇਹ ਕੰਮ ਹੀ ਹੈ ਇਹ ਕਿ ਅਸੀਂ ਇੱਕ ਗੱਲ ਚੱਕ ਲੈਣੀ, ਕਿਉਂਕਿ ਹੁਣ ਆਮ ਲੋਕਾਂ ਨੂੰ ਇੰਨੀ ਜਾਣਕਾਰੀ ਨਹੀਂ ਹੁੰਦੀ ਹੈ। ਹੁਣ ਉੱਥੇ ਤਾਂ ਮੌਜੂਦਾ ਐਸਐਸਪੀ ਜਿਹੜਾ ਆ ਉਹਦੇ ਕੋਲੇ ਅੰਡਰ ਪਾਵਰ ਵੀ ਹੈ, ਉਹਨੂੰ ਉਸ ਪਾਵਰ ਨੂੰ ਯੂਟਿਲਾਈਜ਼ ਕਰ ਲੈਣਾ ਚਾਹੀਦਾ ਸੀ। ਵੈਸੇ ਚਲੋ ਇਹ ਕਹਿ ਸਕਦੇ ਕਿ ਅਨਕੰਟਰੋਲੇਬਲ ਅਨਫੋਰਸੀਨ ਜਿਹੜਾ ਆ ਉਹ ਹੋ ਗਿਆ, ਪਰ ਹੁਣ ਜ਼ਿੰਮੇਵਾਰੀ ਜਿਹਦੀ ਬਣਦੀ ਆ ਉਸੇ ਹਾਇਰਾਰਕੀ 'ਚ ਦੇਣੀ ਹੈ ਜ਼ਿੰਮੇਵਾਰੀ। ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਫਲਾਣੇ ਨੂੰ ਫੜ ਲਓ, ਕਿਉਂਕਿ ਡੀਜੀਪੀ ਜੇ ਗੱਲ ਕੀਤੀ ਜਾਵੇ ਉਹਨਾਂ ਨੇ ਲਗਾਤਾਰ ਉਸੇ ਕਿਉਂਕਿ ਹੁਣ ਡੀਜੀਪੀ ਇੱਕ ਬੰਦਾ ਹੀ ਹੈ, ਇਨਸਾਨ ਹੀ ਹੈ ਆਖਰ ਤਾਂ। ਹਰ ਜਗ੍ਹਾ ਤੇ ਨਹੀਂ ਉਹ ਸੁਪਰਮੈਨ ਫਿਲਮ ਵਾਂਗੂ ਹੋ ਜਾਂਦਾ ਮੌਜੂਦ। ਇਸੇ ਤਰੀਕੇ ਹੁਣ ਆਰਡਰ ਦਿੱਤੇ ਹੋਏ ਸੀਗੇ ਹੋਮ ਮਿਨਿਸਟਰੀ ਨੇ, ਰੰਧਾਵਾ ਸਾਹਿਬ ਹੋਮ ਮਿਨਿਸਟਰ ਸੀ ਉਸ ਸਮੇਂ, ਹੋਮ ਮਿਨਿਸਟਰੀ ਨੇ ਲਗਾਤਾਰ ਆਰਡਰ ਦਿੱਤੇ ਹੋਏ ਸੀਗੇ। ਹੁਣ ਐਗਜ਼ੈਕਟ ਟਾਈਮ ਦੇ ਉੱਤੇ, ਉਸ ਪਾਰਟਿਕੂਲਰ ਟਾਈਮ ਦੇ ਉੱਤੇ ਐਸਐਸਪੀ ਜਿਹੜੇ ਸੀਗੇ ਹੰਸ ਸਾਹਿਬ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਉਹਨਾਂ ਦੇ ਅੰਡਰ ਫੋਰਸ ਵੀ ਸੀਗੀ। ਔਰ ਚਲੋ ਉਹਨਾਂ ਉਹ ਸਿਚੁਏਸ਼ਨ ਅਨਕੰਟਰੋਲ ਸੀਗੀ ਕਿਉਂਕਿ ਲੋਕ ਉੱਥੇ ਪਹੁੰਚੇ ਨਹੀਂ ਸੀ। ਸਾਨੂੰ ਸਭ ਨੂੰ ਪਤਾ ਪ੍ਰਤੱਖ ਰੀਜ਼ਨ ਕੁਝ ਹੋਰ ਵੀ ਹੋ ਸਕਦਾ, ਇਹ ਇਕੱਲਾ ਰੀਜ਼ਨ ਨਹੀਂ ਹੈਗਾ। ਜਿਹੜੇ ਲੋਕ ਕਰੋੜਾਂ ਦੀ 10-10 ਹਜ਼ਾਰ ਦੇ ਇਕੱਠ, 1-1 ਲੱਖ ਦੇ ਇਕੱਠ ਦੇ ਜਿਹੜੇ ਇਕੱਠ ਨੇ ਉਹਨਾਂ ਨੂੰ ਸੰਬੋਧਨ ਕਰਦੇ ਹੁਣ ਖਾਲੀ ਕੁਰਸੀਆਂ ਜਦੋਂ ਪਤਾ ਲੱਗਣ ਤੇ ਫਿਰ ਮੁੜਨਾ ਤੇ ਲਾਜ਼ਮੀ ਬਹੁਤ ਰੀਜ਼ਨ ਨੇ, ਕਿਉਂਕਿ ਹੁਣ ਆਪਾਂ ਇਸ ਵਕਤ ਜਿਹੜੀ ਚ ਘਟਨਾ ਬੀਤ ਚੁੱਕੀ ਹੈ ਨਾ ਉਹਦਾ ਐਨਾਲਿਸਿਸ ਕਰਦੇ ਪਏ ਜੀ। ਉਸ ਵਕਤ ਉਸ ਮੌਕੇ ਦੇ ਉੱਤੇ ਕੀ ਪ੍ਰੈਸ਼ਰ ਸੀ, ਕੀ ਹਾਲਾਤ ਸੀ, ਉਸ ਨੂੰ ਕੰਸੀਡਰ ਕਰਨਾ ਚਾਹੀਦਾ। ਜਿਵੇਂ ਹੁਣ ਅੱਜ ਆਪਾਂ ਇੱਥੇ ਬੈਠੇ ਹਾਂ, ਆਪਾਂ ਸੋਚੀਏ 1 ਸਾਲ ਪਹਿਲਾਂ ਜੇ ਮੈਂ ਉਦੋਂ ਆਹ ਕਰ ਲਿਆ ਹੁੰਦਾ ਤੇ ਅੱਜ ਆਹ ਹੋ ਗਿਆ ਹੁੰਦਾ, ਤੇ ਮੈਂ ਅੱਜ ਉੱਥੇ ਹੁੰਦਾ ਤੇ ਅੱਜ ਫਲਾਣੀ ਚੀਜ਼ ਇਹ ਹੋਈ ਹੁੰਦੀ, ਫਲਾਣੀ ਚੀਜ਼ ਉਹ ਹੋਈ ਹੁੰਦੀ। ਅੱਜ ਮੈਂ ਕਹਿ ਰਿਹਾ 1 ਸਾਲ ਪਹਿਲਾਂ, ਹੁਣ ਜਦੋਂ ਉਹ 1 ਸਾਲ ਪਹਿਲਾਂ ਉਦੋਂ ਮੈਂ ਉੱਥੇ ਸੀਗਾ, ਉਹ ਸਿਚੁਏਸ਼ਨ ਸੀ, ਉਦੋਂ ਤਾਂ ਕੋਈ ਪ੍ਰੈਸ਼ਰ ਇਹੋ ਜਿਹਾ ਬਣਿਆ ਹੋਇਆ ਸੀ, ਮੇਰਾ ਦਿਮਾਗ ਨਹੀਂ ਕੰਮ ਕੀਤਾ, ਜਾਂ ਪ੍ਰੈਸ਼ਰ ਇਹੋ ਜਿਹਾ ਬਣਿਆ ਹੋਇਆ ਸੀਗਾ, ਉਦੋਂ ਉਹ ਹਾਲਾਤ ਨਹੀਂ ਮਿਲੇ, ਕੋਈ ਰਸਤਾ ਨਹੀਂ ਮਿਲਿਆ। ਅੱਜ 1 ਸਾਲ ਬਾਅਦ ਉਹਨੂੰ ਐਨਾਲਿਸਿਸ ਮੈਂ ਕਰਦਾ ਪਿਆ ਤਾਂ ਬਹੁਤ ਸਾਰੀਆਂ ਗੱਲਾਂ ਮੈਂ ਸੋਚ ਸਕਦਾ। ਲੇਕਿਨ ਉਸ ਵਕਤ ਜਦੋਂ ਮੌਕੇ ਦੇ ਉੱਤੇ ਉਹ ਘਟਨਾ ਹੁੰਦੀ ਪਈ ਸੀ, ਉਦੋਂ ਉਹ ਚੀਜ਼ ਨਹੀਂ ਸੀ। ਉਸੇ ਵਕਤ ਉਹ ਚੀਜ਼, ਉਹ ਫੈਸਲਾ ਨਹੀਂ ਸੀ। ਉਦੋਂ ਵਕਤ ਕੋਈ ਪ੍ਰੈਸ਼ਰ ਹੋਰ ਸੀ, ਕੋਈ ਸਿਚੁਏਸ਼ਨ ਹੋਰ ਸੀ, ਸੈਂਸਿਟਿਵ ਮਾਹੌਲ ਸੀ, ਕਿਸਾਨ ਅੰਦੋਲਨ ਸੀ, ਬਹੁਤ ਕੁਝ ਅਜਿਹਾ ਸੀ। ਔਰ ਇੰਨੀਆਂ ਡੈਥਸ ਹੋ ਚੁੱਕੀਆਂ ਸੀ, 700 ਤੋਂ ਜ਼ਿਆਦਾ, ਬਹੁਤ ਕੁਝ ਅਜਿਹਾ ਸੀ। ਔਰ ਪ੍ਰੈਸ਼ਰ ਵੈਸੇ ਵੀ ਮਾਈਂਡ ਤੇ ਬਹੁਤ ਹੁੰਦਾ, ਤਾਂ ਉਹ ਸਭ ਚੀਜ਼ਾਂ ਨੂੰ ਵੀ ਕੰਸੀਡਰ ਹੋਣਾ ਜ਼ਰੂਰੀ ਆ। ਔਰ ਠੀਕ ਉਸੇ ਤਰ੍ਹਾਂ ਅੱਜ ਐਨਾਲਿਸਿਸ ਕਰਦੇ ਪਏ ਹਾਂ ਜਨਵਰੀ ਦੀ ਘਟਨਾ ਨੂੰ, ਅੱਜ ਬਹੁਤ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ, ਇੱਦਾਂ ਕਰ ਸਕਦੇ, ਤੁਸੀਂ ਇੱਦਾਂ ਕਰ ਸਕਦੇ ਸੀ। ਪਰ ਤੁਸੀਂ ਉਸ ਵਕਤ ਉਹਨਾਂ ਐਸਐਸਪੀ ਸਾਹਿਬ ਦੀ ਥਾਂ ਦੇ ਉੱਤੇ ਮੌਜੂਦ ਹੋ ਕੇ ਦੇਖੋ, ਉਸ ਵਕਤ ਉੱਥੇ ਕੀ ਪ੍ਰੈਸ਼ਰ ਸੀ, ਕੀ ਸਿਚੁਏਸ਼ਨ ਸੀ, ਦੈਨ ਕੀ ਫੈਸਲਾ ਲਿੱਤਾ ਗਿਆ। ਪਰ ਇਹ ਹੈ ਕਿ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ, ਇੱਕ ਪੋਜ਼ਿਟਿਵ ਸਾਈਨ ਹੈ। ਚਲੋ ਵਾਕਈ ਇਹ ਇੱਕ ਬੜੀ ਚੰਗੀ ਚੀਜ਼ ਉਹਦੇ ਵਿੱਚ, ਸਾਰਿਆਂ ਦੇ ਵਿੱਚ, ਠੀਕ ਹੈ ਨਾ। ਤੇ ਕੁਝ ਜੇ ਨੈਗੇਟਿਵ ਹੁੰਦਾ ਨਾ ਤਾਂ ਸੰਜੀਵ ਜੀ ਹੁਣ ਤੱਕ ਬਹੁਤ ਕੁਝ ਹੋ ਜਾਣਾ, ਬਹੁਤ ਕੁਝ ਹੋ ਜਾਣਾ ਸੀ। ਇਹ ਵੀ ਤੁਸੀਂ ਕਹਿ ਲਓ ਕਿ ਪਰਮਾਤਮਾ ਦੀ ਮਿਹਰ ਰਹੀ ਹੈ ਕਿ ਪੰਜਾਬ ਦੀ ਧਰਤੀ ਹੈ, ਸਭ ਕੁਝ ਸੁਖਾਵਾਂ ਰਿਹਾ। ਸੋ ਆਪਾਂ ਅੱਗੇ ਵਧੀਏ। ਬੰਬੀਹਾ ਗਰੁੱਪ ਦੇ ਗੈਂਗਸਟਰ ਮਨਦੀਪ ਮਨੀਲਾ ਦਾ ਫਿਲੀਪੀਨ ਵਿੱਚ ਗੋਲੀਆਂ ਮਾਰ ਕੇ ਮਰਡਰ ਕਰ ਦਿੱਤਾ ਗਿਆ ਤੇ ਗੋਲਡੀ ਬਰਾੜ ਨੇ ਲਈ ਹੈ ਜ਼ਿੰਮੇਵਾਰੀ। ਅੱਛਾ, ਲਗਾਤਾਰ ਟਸਲ ਵੇਖਣ ਨੂੰ ਮਿਲ ਰਹੀ ਹੈ ਬਹੁਤ ਜ਼ਿਆਦਾ, ਹੈ ਨਾ। ਜੇ ਅਸੀਂ ਗੱਲ ਕੀਤੀ ਜਾਵੇ, ਕੱਲ ਅਸੀਂ ਸੁਖਪ੍ਰੀਤ ਜਿਹੜਾ ਬੁੱਢਾ ਆ ਉਹਨੂੰ ਵੀ ਕਹਿੰਦੇ ਸੀ ਕਿ ਜੇਲ੍ਹ ਦੇ ਵਿੱਚ ਉਹਨੂੰ ਲਗਾਤਾਰ ਜਿਹੜੇ ਆ ਧਮਕੀਆਂ, ਜਿਹੜਾ ਸਤਾਇਆ ਜਾ ਰਿਹਾ। ਇਸ ਤੋਂ ਬਾਅਦ ਫਿਰ ਬੰਬੀਹਾ ਗਰੁੱਪ ਨੇ ਕਿਹਾ ਵੀ ਨਾ ਸਤਾਓ, ਨਹੀਂ ਤਾਂ ਅਸੀਂ ਫਿਰ ਉਹਨਾਂ ਨੇ ਸਿੱਧਾ ਹੀ ਉਹਨਾਂ ਨੇ ਪੁਲਿਸ ਨੂੰ ਧਮਕੀ ਦੇ ਦਿੱਤੀ ਆ। ਇਹ ਟਸਲ ਹੈ, ਲਗਾਤਾਰ ਜਿਹੜੀਆਂ ਇੱਕ ਦੂਸਰੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਔਰ ਹੁਣ ਕਤਲ ਹੋ ਜਾਣਾ, ਫਿਰ ਗੋਲਡੀ ਬਰਾੜ ਦੀ ਜ਼ਿੰਮੇਵਾਰੀ, ਉਧਰ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੂੰ ਧਮਕੀਆਂ ਮਿਲਣੀਆਂ, ਮਨਕੀਰਤ ਔਲਖ ਨੂੰ ਤੱਕ ਧਮਕੀਆਂ ਮਿਲਣੀਆਂ। ਮੈਨੂੰ ਲੱਗਦਾ ਐਡਮਿਨਿਸਟ੍ਰੇਟਿਵ ਨੂੰ ਬਹੁਤ ਚੁਕੰਨੇ ਹੋਣ ਦੀ ਲੋੜ ਹੈ, ਕਿਉਂਕਿ ਇੱਥੇ ਗੈਂਗ ਵਾਰ ਹੋ ਸਕਦੀ ਹੈ, ਕਿਉਂਕਿ ਹੁਣ ਸ਼ਰੇਆਮ ਧਮਕੀਆਂ ਜਿਹੜੀਆਂ ਨੇ ਉਹ ਇੱਕ ਦੂਸਰੇ ਨੂੰ ਦੇਣੀਆਂ ਸ਼ੁਰੂ ਹੋ ਗਏ ਨੇ। ਨਾਲੇ ਕਹਿ ਰਹੇ ਨੇ ਕਿ ਅਸੀਂ ਜਦੋਂ ਤੱਕ ਇੱਕ ਦੂਜੇ ਨੂੰ ਠੰਡਾ ਨਾ ਕਰ ਲਾਂਗੇ ਸਾਨੂੰ ਤਸੱਲੀ ਨਹੀਂ ਹੋਣੀ। ਤਸੱਲੀ ਨਹੀਂ ਹੋਣੀ ਵਾਕਈ, ਮਤਲਬ ਇਸ ਲੈਵਲ ਤੱਕ ਤੁਸੀਂ ਚਾਹੁੰਦੇ ਪਏ ਹੋ ਕਿ ਇੱਕ ਦੂਜੇ ਦੀ ਜਾਨ ਲੈਣ ਦੇ ਤੁਲੇ ਹੋਏ ਹੋ। ਨਹੀਂ, ਉਹਨਾਂ ਨੇ ਕਿਹਾ ਵੀ ਜਦੋਂ ਤੱਕ ਅਸੀਂ ਕਿਸੇ ਉਹਨਾਂ ਨੇ ਨਾਮ ਸਿੱਧਾ ਲਿਆ ਸੀ, ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਮਨਕੀਰਤ ਔਲਖ, ਜਦੋਂ ਤੱਕ ਅਸੀਂ ਕਹਿੰਦੇ ਜੀ ਇਹਨਾਂ ਦੀ ਜਾਨ ਨਹੀਂ ਲੈ ਲੈਂਦੇ ਉਦੋਂ ਤੱਕ ਸਾਡਾ ਜਿਹੜਾ ਗੁੱਸਾ ਉਹ ਠੰਡਾ ਨਹੀਂ ਹੋਣਾ। ਸੋ ਲੇਕਿਨ ਆਮ ਲੋਕਾਂ ਵਾਸਤੇ ਬਹੁਤ ਡੇਂਜਰਸ ਹੋ ਜਾਂਦਾ, ਰਿਸਕੀ ਹੈ, ਕਿਉਂਕਿ ਆਟੇ ਨਾਲ ਘੁਲ ਪਿਸਣਾ ਹੈ। ਕਿਉਂਕਿ ਦੇਖੋ ਨਾ, ਤੁਸੀਂ ਜਦੋਂ ਗੈਂਗ ਵਾਰ ਦੀ ਗੱਲ ਕਰਦੇ ਆ, ਕਹਿੰਦੇ ਹੁੰਦੇ ਨੇ ਦੋਸਾਨਾ ਦੇ ਘੋਲ ਦੇ ਵਿੱਚ ਗਰਾਊਂਡ ਜਿਹੜੀ ਆ ਉਹਦੇ ਆਸੇ-ਪਾਸੇ ਵੀ ਉਹ ਥੰਬਲੇ ਟੁੱਟ ਜਾਂਦੇ ਆ। ਹੁਣ ਇਹਦਾ ਵੀ ਕੁਝ ਸੀਨ ਇਦਾਂ ਦਾ ਹੀ ਹੈ ਕਿ ਜਦੋਂ ਬਾਹੂਬਲੀ ਲੜਦੇ ਨੇ ਤੇ ਫਿਰ ਉਹ ਥੰਬਲੇ ਟੁੱਟਣੇ ਲਾਜ਼ਮੀ ਨੇ। ਤੁਸੀਂ ਇਹ ਦੇਖੋ ਨਾ, ਨੈਟਵਰਕ ਕਿੱਥੋਂ ਤੱਕ ਹੈ, ਕਿੱਥੋਂ ਫਿਲੀਪੀਨਸ ਦੇ ਅੰਦਰ ਵੀ ਇਹ ਵਾਰਦਾਤ ਕਰਵਾ ਦਿੰਦੇ ਨੇ। ਸੋ ਪਿੱਛੇ ਜੇ ਕੈਨੇਡਾ ਦੇ ਵਿੱਚ ਵੀ ਸੂਚੀ ਨਿਕਲੀ ਸੀ ਜਿਹਦੇ ਵਿੱਚ 11 ਚ 9 ਬੰਦੇ ਪੰਜਾਬੀ ਸੀ, ਗੈਂਗਸਟਰਸ। ਦੇਖੋ ਹੁਣ ਇਹ ਕਿਸ ਲੈਵਲ ਦੇ ਉੱਤੇ ਕਿਹੜੀ ਘਟਨਾ ਹੋ ਰਹੀ ਆ, ਇਹ ਬੜੀ ਸੋਚਣ ਦੀ ਤੇ ਵਿਚਾਰਨ ਦੀ ਗੱਲ ਬਣ ਜਾਂਦੀ ਹੈ। ਸੋ ਯੂਨੀਸੈਫ ਨੇ ਇੱਕ ਵਿਰੋਧ ਪ੍ਰਗਟ ਕੀਤਾ ਕਿ ਜਿਹੜਾ ਰਸ਼ੀਆ ਤੇ ਯੂਕਰੇਨ ਦੇ ਵਿੱਚ ਯੁੱਧ ਚੱਲਦਾ ਪਿਆ ਪਿਛਲੇ 6 ਮਹੀਨਿਆਂ ਤੋਂ, ਜਿਹੜੇ ਹਾਲਾਤ ਇਕਨੋਮਿਕ ਬਣਦੇ ਪਏ ਨੇ, ਪੋਲੀਟੀਕਲ ਬਣਦੇ ਪਏ ਨੇ, ਜੋ ਪ੍ਰੈਸ਼ਰਸ ਬਣਦੇ ਪਏ ਨੇ, ਉਹ ਤਾਂ ਇੱਕ ਵੱਖਰੀ ਗੱਲ ਹੈ। ਨਾਲ ਤਾਈਵਾਨ ਦਾ ਵੀ ਪੰਗਾ ਖੜਾ ਹੁੰਦਾ ਪਿਆ, ਇੱਕ ਵੱਖਰੀ ਗੱਲ ਹੈ। ਪਰ ਇਹਦੇ ਵਿੱਚ ਜਿਹੜੀਆਂ ਜਾਨਾਂ ਜਾਂਦੀਆਂ ਪਈਆਂ ਨੇ, ਖਾਸ ਕਰਕੇ ਬੱਚਿਆਂ ਦੀਆਂ ਜਾਨਾਂ ਗਈਆਂ ਨੇ, 1000 ਤੋਂ ਵੱਧ ਬੱਚਿਆਂ ਦੀਆਂ ਜਾਨਾਂ ਜਾ ਚੁੱਕੀਆਂ ਨੇ। ਇਸ ਚੀਜ਼ ਦਾ ਨੋਟਿਸ ਲਿੱਤਾ ਯੂਨੀਸੈਫ ਨੇ ਕਿ ਭਾਈ ਬਸ ਕਰੋ, ਰੱਬ ਦਾ ਵਾਸਤਾ,
ਕਿੰਨੀਆਂ ਕੁ ਜਾਨਾਂ ਹੋਰ ਜਾਣਗੀਆਂ। ਕਈ ਲੋਕ ਮਾਈਗ੍ਰੇਟ ਕਰ ਗਏ ਉੱਥੋਂ, ਘਰ-ਬਾਰ ਤਬਾਹ ਹੋ ਗਏ, ਜ਼ਿੰਦਗੀਆਂ ਤਬਾਹ ਹੋ ਗਈਆਂ, ਫਿਊਚਰ ਤਬਾਹ ਹੋ ਗਏ, ਜਾਨਾਂ ਵੀ ਗਈਆਂ। ਸੋ ਇਹ ਬਣਦਾ ਕੀ ਪਿਆ। ਅੱਛਾ ਸੰਜੀਵ ਜੀ, ਇੱਕ ਗੱਲ ਜਿਹੜੀ ਹੈ ਨਾ ਉਹ ਸਮਝਣ ਵਾਲੀ ਬਹੁਤ ਹੈ ਇੱਥੇ। ਯੂਕਰੇਨ ਨੇ ਥੋੜੇ ਦਿਨ ਪਹਿਲਾਂ ਕੱਲ ਖਰੇ ਜਿਹੜਾ ਆ ਆਪਣਾ ਆਜ਼ਾਦੀ ਦਿਹਾੜਾ ਮਨਾਇਆ। ਉਹ ਆਜ਼ਾਦੀ ਦਿਹਾੜਾ ਵੀ ਕਿਹੜਾ ਜਿੱਥੇ ਤੁਸੀਂ ਇੱਕ ਬੰਨੇ ਜੰਗ ਦੇ ਨਾਲ ਸੰਜਮ ਰਹੇ ਹੋ ਨਾ, ਬੜਾ ਫਾਰਮਲ ਜਿਹੇ ਤਰੀਕੇ ਦੇ ਨਾਲ ਸੀਗਾ ਵਲਾਦੀਮੀਰ ਜ਼ੈਲੈਂਸਕੀ ਨੇ। ਦੂਸਰੇ ਬੰਨੇ ਅਸੀਂ ਦੇਖਿਆ ਕਿ ਪੁਤਿਨ ਸਾਹਿਬ ਨੇ, ਇਹ ਲਗਾਤਾਰ ਟਸਲ ਵੱਧਦੀ ਜਾ ਰਹੀ ਹੈ। ਹੁਣ ਤੇ ਇੱਥੋਂ ਤੱਕ ਮਾਮਲਾ ਆ ਗਿਆ ਕਿ ਜਿਹੜੇ ਯੂਕਰੇਨ ਦੇ ਲੋਕ ਨੇ ਜਾਂ ਫਿਰ ਜਿਹੜੇ ਰਸ਼ੀਅਨ ਲੋਕ ਨੇ, ਉਹ ਇੱਕ ਦੂਸਰੇ ਦੇ ਮੁਲਕਾਂ ਦੇ ਵਿੱਚ ਜਾ ਕੇ ਉੱਥੇ ਸਿਵੀਅਲ ਜਿਹੜੇ ਸਿਵਿਲੀਅਨ ਲੋਕਾਂ ਨੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਖਲਲ ਪਾਉਣ ਲਈ ਕਦੇ ਹਿਊਮਨ ਬੰਬ ਬਣ ਜਾਂਦੇ ਨੇ, ਕਦੇ ਕੁਝ ਬਣ ਜਾਂਦੇ ਨੇ। ਥੋੜ੍ਹੇ ਦਿਨ ਪਹਿਲਾਂ ਮੈਂ ਰਸ਼ੀਆ ਦੀ ਖਬਰ ਪੜ੍ਹਦਾ ਸੀ ਕਿ ਕਹਿੰਦੇ ਕਿ ਕੋਈ ਯੂਕਰੇਨੀਅਨ ਜਿਹੜੀ ਕੁੜੀ ਆ ਉਹ ਅੰਦਰ ਜਾਂਦੀ ਹੈ, ਕੋਈ ਲਿਟਰੇਰੀ ਅਵਾਰਡ ਚੱਲਦਾ ਹੁੰਦਾ ਆ ਤੇ ਉੱਥੇ ਵਿੱਚ ਜਾ ਕੇ ਉਹ ਬੰਬ ਬਲਾਸਟ ਕਰਵਾ ਜਾਂਦੀ ਹੈ। ਹੁਣ ਇਹ ਇੱਥੋਂ ਤੱਕ ਆ ਗਿਆ ਕਿਉਂਕਿ ਹਰ ਕਿਸੇ ਦੀ ਦੇਖੋ ਸਾਨੂੰ ਪਤਾ ਖੂਫੀਆ ਏਜੰਸੀਜ਼ ਕੰਮ ਕਰਦੀਆਂ ਨੇ। ਪਰ ਇਹਦੇ ਵਿੱਚ ਇੱਕ ਗੱਲ ਤਾਂ ਤੁਹਾਡੀ ਬੜੀ ਦਰੁਸਤ ਹੈ ਕਿ ਸਭ ਤੋਂ ਜ਼ਿਆਦਾ ਵੱਡਾ ਘਾਣ ਤੇ ਇਹ ਇਨਸਾਨੀਅਤ ਦਾ ਆ। ਲੋਕਾਂ ਦੇ ਜਵਾਕ ਚਲੇ ਜਾ ਰਹੇ ਨੇ, ਲੋਕ ਜਾ ਰਹੇ ਨੇ, ਬਹੁਤ ਕੁਝ ਬਦਲ ਰਿਹਾ। ਜਿਹਨੂੰ ਘਰ ਪੱਟ ਕੇ ਦੂਸਰੇ ਥਾਂ ਵਸਾਉਣਾ ਪਵੇ ਨਾ, ਉਹਨੂੰ ਪੁੱਛ ਕੇ ਦੇਖੋ ਕਿੰਨੇ ਹਾਲਾਤ ਬੁਰੇ ਨੇ। ਬਿਲਕੁਲ, ਕਿਉਂਕਿ ਸਾਲਾਂ ਲੱਗ ਜਾਂਦੇ ਨੇ ਜ਼ਿੰਦਗੀ ਸੈਟਲ ਕਰਦੇ ਨੇ। ਔਰ ਅਸੀਂ ਜਿਸ ਮੁਲਕ ਦੇ ਪਾਣੀ ਦੇ ਗਿੱਜੜੇ ਹੁੰਦੇ ਆ ਨਾ, ਉਹ ਮੁਲਕ ਸਾਡੇ ਅੰਦਰੋਂ ਕਦੇ ਨਹੀਂ ਮਰਦਾ। ਹੁਣ ਪੰਜਾਬੀ ਕਿਤੇ ਵੀ ਚੱਲ ਜਾਵੇ ਦੁਨੀਆ, ਕਿਉਂਕਿ ਅਸੀਂ ਸਭ ਤੋਂ ਜ਼ਿਆਦਾ ਪ੍ਰਵਾਸ ਕਰਦੇ ਹਾਂ ਪੰਜਾਬ ਵਾਲੇ, ਦੁਆਬੇ ਵਾਲੇ ਸਪੈਸ਼ਲੀ, ਪਰ ਉਹ ਪੰਜਾਬ ਤੇ ਨਹੀਂ ਮਰ ਜਾਂਦਾ। 100 ਸਾਲ ਤੱਕ ਵੀ ਪੰਜਾਬ ਜਿਉਂਦਾ ਰਹਿੰਦਾ ਆ। ਉਹ ਜਦੋਂ ਵੀ ਕਿਤੇ ਬਜ਼ੁਰਗ ਹੋ ਕੇ ਪੰਜਾਬ ਆਉਂਦੇ ਤੇ ਇਹਦੀ ਮਿੱਟੀ ਨੂੰ ਚੁੰਮਦੇ ਨੇ ਨਾ, ਉਹ ਇਦਾਂ ਹੀ ਆਪਣੇ ਘਰ ਦੇ ਨਾਲ ਪਿਆਰ ਜਿਹੜਾ ਹੈ ਨਾ, ਉਹ ਕਿਉਂਕਿ ਸਾਡਾ ਤਾਂ ਇੱਕ ਹੁਣ ਸੁਭਾਅ ਬਣ ਗਿਆ ਕਿ ਅਸੀਂ ਪ੍ਰਵਾਸ ਕਰਨਾ ਹੀ ਕਰਨਾ। ਉਹਨਾਂ ਲੋਕਾਂ 'ਚ ਇੰਨਾ ਪ੍ਰਵਾਸ ਦਾ ਸੁਭਾਅ ਨਹੀਂ ਹੈਗਾ। ਸਹੀ ਗੱਲ ਹੈ। ਔਰ ਨਾਲ ਹੀ ਇੱਕ ਇਹ ਵੀ ਖਤਰਾ ਬਣਿਆ ਹੋਇਆ ਕਿ ਦੋਵੇਂ ਦੇਸ਼ਾਂ ਦੀਆਂ ਜਿਹੜੀਆਂ ਆਰਮੀਜ਼ ਨੇ ਨਾ, ਉਹ ਇੱਕ ਦੂਜੇ ਦੇ ਜਿਹੜੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਨੇ ਜਾਂ ਕੇਂਦਰ ਨੇ, ਉਹਨਾਂ ਨੂੰ ਲੱਭਣ ਲੱਗ ਪਈਆਂ ਨੇ। ਹੁਣ ਇਹ ਗੱਲ ਕਿੱਧਰ ਨੂੰ ਤੁਰੀ ਜਾਂਦੀ ਪਈ ਹੈ। ਇਹ ਗੱਲ ਤਾਂ ਬਹੁਤ ਡੇਂਜਰਸ ਹੋਣ ਵਾਲੀ ਹੈ, ਬਹੁਤ ਡੇਂਜਰਸ ਹੋ ਸਕਦੀ। ਔਰ ਕਿਤੇ ਨਾ ਕਿਤੇ ਇਹ ਵੀ ਗੱਲ ਰਿਪੋਰਟ ਦੇ ਵਿੱਚ ਆਈ ਹੈ ਕਿ ਜੇ ਤਾਈਵਾਨ ਦੇ ਨਾਲ ਵੀ ਇਹ ਪ੍ਰੈਸ਼ਰ ਸ਼ੁਰੂ ਹੋ ਜਾਂਦੇ ਨੇ ਤਾਂ ਫਿਰ ਉਸ ਤੋਂ ਬਾਅਦ ਜੇ ਕਿਤੇ ਨਿਊਕਲੀਅਰ ਵਾਰ ਸ਼ੁਰੂ ਹੋ ਜਾਂਦੀ ਹੈ ਤਾਂ ਬਣੇਗਾ ਕੀ? ਤੇ ਕਈ ਅਰਬਾਂ 'ਚ ਆਬਾਦੀ ਖਤਮ ਹੋ ਜਾਏਗੀ ਵਾਕਈ। ਔਰ ਇਸ ਕਰਕੇ ਇਹ ਮਾਹੌਲ ਬੜਾ ਸੈਂਸਿਟਿਵ ਬਣਿਆ ਹੋਇਆ। ਔਰ ਇੱਕ ਪਾਸੇ ਦੇਖੋ ਅਮਰੀਕਾ ਦਾ ਤੇ ਚਾਈਨਾ ਦਾ ਕਾਰਸ ਨੂੰ ਲੈ ਕੇ ਟ੍ਰੇਡ ਵੀ ਹੁੰਦਾ ਹੈ, ਇਕੱਠਾ ਟ੍ਰੇਡ ਹੁੰਦਾ ਹੈ। ਔਰ ਯੂਨਿਟਸ ਨੇ ਉੱਥੇ ਅਮਰੀਕਾ ਦੇ ਉੱਥੇ ਟੈਸਲਾ ਕਾਰ ਦੀ ਸਭ ਤੋਂ ਜ਼ਿਆਦਾ ਮੈਨੂਫੈਕਚਰਿੰਗ ਚੀਨ 'ਚ ਹੋ ਰਹੀ ਹੈ ਔਰ ਉਹਦੇ ਵਿੱਚ ਪਾਰਟਨਰ ਨੇ ਅਮਰੀਕਾ ਵੀ। ਯਾਨੀ ਬਿਜ਼ਨਸ ਵੀ ਚੱਲ ਰਿਹਾ, ਕਿਉਂਕਿ ਗਲੋਬਲ ਵਿਲੇਜ ਹੈ ਨਾ, ਟ੍ਰੇਡ ਵੀ ਚੱਲ ਰਿਹਾ, ਬਚ ਨਹੀਂ ਸਕਦੇ, ਤੇ ਇੱਧਰ ਯੁੱਧ ਵੀ ਚੱਲ ਰਿਹਾ। ਮਤਲਬ ਆਮ ਲੋਕਾਂ ਦੇ ਦਿਮਾਗ ਤੋਂ ਬਾਹਰ ਦੀ ਗੱਲ ਹੈ ਕਿ ਹੋ ਕੀ ਰਿਹਾ। ਨਾਲੇ ਬਿਜ਼ਨਸ ਕਰਕੇ ਪੈਸਾ ਵੀ ਕਮਾਇਆ ਜਾ ਰਿਹਾ ਤੇ ਨਾਲੇ ਯੁੱਧ ਵੀ ਚੱਲ ਰਿਹਾ। ਠੀਕ ਹੈ। ਅੱਛਾ, ਫਿਲਹਾਲ ਵਾਕਈ ਇਹ ਗਲੋਬਲ ਪਿੰਡ ਹੈ। ਇਹਦੇ ਵਿੱਚ ਨਾ ਅਸੀਂ ਸਰਦਾ ਵੀ ਨਹੀਂ ਸਾਡਾ ਕਿ ਅਸੀਂ ਇੱਕ ਦੂਸਰੇ ਤੇ ਨਾ ਡਿਪੈਂਡ ਕਰੀਏ। ਫਿਲਹਾਲ ਇਹ ਗੱਲਾਂ ਤੇ ਸੋਚਣ ਵਾਲੀਆਂ ਨੇ ਸੰਜੀਵ, ਸੋਚਣ ਵਾਲੀਆਂ ਨੇ ਬਹੁਤ ਡੂੰਘਾਈ ਦੇ ਨਾਲ। ਮੈਂ ਤੇ ਸੰਜੀਵ ਜੀ ਸੋਚਦੇ ਹਾਂ ਤੇ ਕੱਲ ਤੁਹਾਡੇ ਨਾਲ ਫਿਰ ਕੁਝ ਸਾਂਝਾ ਕਰਾਂਗੇ। ਫਿਲਹਾਲ ਆਪਾਂ ਚੱਲੀਏ ਫਿਰ। ਬਿਲਕੁਲ ਚੱਲੀਏ ਜੀ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਸਾਨੂੰ ਦੋਹਾਂ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।